दोस्तों अपनी ਅੱਜ ਦੀ ਇਸ ਵੀਡੀਓ ਰਿਪੋਰਟ ਨੂੰ ਮੈਂ ਸ਼ੁਰੂ ਕਰਾਂਗਾ ਆਪਣੀ ਪਿਛਲੀ ਉਸ ਰਿਪੋਰਟ ਤੋਂ ਜਿਸ ਵਿੱਚ ਕਿ ਮੈਂ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਸਾਲ 2016 ਤੇ 17 ਵਿੱਚ ਹੋਈਆਂ ਟਾਰਗੇਟਡ ਕਿਲਿੰਗਸ ਹਿੰਦੂ ਅਤੇ ਈਸਾਈ ਭਾਈਚਾਰੇ ਨਾਲ ਜੁੜੇ ਹੋਏ ਜਥੇਬੰਦੀਆਂ ਆਰਐਸਐਸ ਸ਼ਿਵ ਸੈਨਾ ਕ੍ਰਿਸਚੀਅਨ ਜਿਹੜੇ ਮਿਸ਼ਨਰੀਜ਼ ਹੈਗੇ ਨੇ ਉਹਨਾਂ ਦੇ ਕਿਸ ਤਰੀਕੇ ਨਾਲ ਕਤਲ ਕੀਤੇ ਜਾ ਰਹੇ ਸਨ। ਸੋ 7 ਐਸੀਆਂ ਵੱਡੀਆਂ ਵਾਰਦਾਤਾਂ ਹੋਈਆਂ ਸਨ ਤੇ ਆਖਰੀ ਜਿਹੜੀ ਪਿਛਲੀ ਰਿਪੋਰਟ ਮੇਰੀ ਸੀ ਉਸ ਨੂੰ ਜਿੱਥੇ ਮੈਂ ਖਤਮ ਕੀਤਾ ਸੀ ਉਸ ਦੇ ਵਿੱਚ ਅਸੀਂ ਜਗਤਾਰ ਸਿੰਘ ਜੋਹਲ ਦੀ ਗ੍ਰਿਫਤਾਰੀ ਜੋ ਕਿ 4 ਨਵੰਬਰ ਨੂੰ ਹੁੰਦੀ ਹੈ 4 ਨਵੰਬਰ 2017 ਨੂੰ ਹੁੰਦੀ ਹੈ ਉੱਥੇ ਤੱਕ ਪੁੱਜੇ ਸਾਂ। ਹੁਣ ਮੈਂ ਗੱਲਬਾਤ ਨੂੰ ਅੱਗੇ ਤੋਰਾਂਗਾ 4 ਨਵੰਬਰ ਤੋਂ ਬਾਅਦ ਕੀ ਕੁਝ ਹੋਇਆ। ਇਸ ਤੋਂ ਪਹਿਲਾਂ ਅਸੀਂ ਦੱਸ ਚੁੱਕੇ ਹਾਂ ਵੀ ਤਲਜੀਤ ਸਿੰਘ ਜਿੰਮੀ ਸੀ ਉਹ ਪਹਿਲਾਂ ਹੀ ਗਿਰਫਤ ਵਿੱਚ ਆ ਚੁੱਕਾ ਸੀ ਤੇ ਜਗਤਾਰ ਸਿੰਘ ਜੱਗੀ ਜੋਹਲ ਅਤੇ ਤਲਵੀਰ ਜਿੰਮੀ ਦੀ ਜਿਹੜੀ ਆਪਸੀ ਪੁੱਛਗਿੱਛ ਸੀ ਉਹਨਾਂ ਨੂੰ ਆਪਸ ਦੇ ਵਿੱਚ ਆਮੋ ਸਾਹਮਣੇ ਕਰਾ ਕੇ ਵੀ ਏਜੰਸੀਆਂ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਤੇ ਪੰਜਾਬ ਪੁਲਿਸ ਉਸ ਵਕਤ ਤੱਕ ਇਸ ਮਾਮਲੇ ਨੂੰ ਆਪਾਂ ਨਵੰਬਰ 2017 ਦੀ ਗੱਲ ਕਰ ਰਹੇ ਹਾਂ ਪੰਜਾਬ ਪੁਲਿਸ ਹੀ ਡੀਲ ਕਰ ਰਹੀ ਸੀ। ਇਸ ਵਕਤ ਤੱਕ ਨਾ ਹੀ ਸੀਬੀਆਈ ਤੇ ਨਾ ਹੀ ਐਨਆਈਏ ਪਿਕਚਰ ਦੇ ਵਿੱਚ ਆਏ ਸਨ। ਜਗਤਾਰ ਸਿੰਘ ਜੋਹਲ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਸੀ ਚੀਜ਼ਾਂ ਹੋਰ ਸਪਸ਼ਟ ਹੋਈਆਂ। 5 ਨਵੰਬਰ ਨੂੰ ਜਗਤਾਰ ਸਿੰਘ ਜੱਗੀ ਜੋਹਲ ਦੀ ਨਿਸ਼ਾਨਦੇਹੀ ਉੱਤੇ ਬਟਾਲਾ ਜ਼ਿਲ੍ਹੇ ਤੋਂ ਇੱਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਜਿਸ ਨੂੰ ਕਿ ਇਨਵੈਸਟੀਗੇਸ਼ਨ ਏਜੰਸੀ ਤੇ ਪ੍ਰੋਸੀਕਿਊਸ਼ਨ ਨੇ ਆਪਣਾ ਬਹੁਤ ਵੱਡਾ ਐਵੀਡੈਂਸ ਤੇ ਸਬੂਤ ਦੇ ਤੌਰ ਤੇ ਵੀ ਇਸ ਮਾਮਲੇ ਦੇ ਵਿੱਚ ਚਲਾਨ ਤੇ ਚਾਰਜ ਸ਼ੀਟ ਵਿੱਚ ਸ਼ਾਮਲ ਕੀਤਾ ਹੈ। ਇਹ ਪਿਸਤੌਲ ਜਿਹੜਾ ਸੀ ਉਹ ਧਾਰੀਵਾਲ ਤੋਂ ਜ਼ਫਰਵਾਲ ਜਾਣ ਵਾਲੀ ਸੜਕ ਦੇ ਉੱਤੇ ਠੀਕ ਉਸੇ ਲੈਂਡਮਾਰਕ ਦੇ ਉੱਤੇ ਮਿਲਦਾ ਹੈ। ਇਹ ਦੱਸਿਆ ਜਾਂਦਾ ਹੈ ਵੀ ਇਸ ਪਿਸਤੌਲ ਨੂੰ ਵੀ ਉਸੇ ਪੈਸੇ ਨਾਲ ਖਰੀਦਿਆ ਗਿਆ ਸੀ ਜੋ ਕਿ ਜਗਤਾਰ ਸਿੰਘ ਜੱਗੀ ਜੋਹਲ ਅਤੇ ਜਿੰਮੀ ਵੱਲੋਂ ਬਾਹਰ ਭੇਜੇ ਗਏ ਸਨ ਤੇ ਇਸ ਹਥਿਆਰ ਨੂੰ ਇਸ ਪਿਸਟਲ ਨੂੰ ਇੱਥੇ ਦਬਾ ਕੇ ਰੱਖਿਆ ਗਿਆ ਸੀਗਾ। ਇਸ ਤੋਂ ਬਾਅਦ 7 ਨਵੰਬਰ ਨੂੰ ਇੱਕ ਬਹੁਤ ਵੱਡੀ ਬ੍ਰੇਕ ਥਰੂ ਇਸ ਮਾਮਲੇ ਦੇ ਵਿੱਚ ਮਿਲਦੀ ਹੈ ਜਦੋਂ ਕਿ ਗ੍ਰਿਫਤਾਰੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਰਮਨਦੀਪ ਕੈਨੇਡੀਅਨ ਦੀ। ਰਮਨਦੀਪ ਕੈਨੇਡੀਅਨ ਉਹ ਕਿਰਦਾਰ ਹੈ ਉਹ ਅਹਿਮ ਇਸ ਪੂਰੇ ਮਾਮਲੇ ਦੀ ਕੜੀ ਨੂੰ ਜੋੜਨ ਵਾਲਾ ਸੂਤਰ ਹੈ ਲਿੰਕ ਹੈ ਜਿਸਨੇ ਕਿ ਨਾ ਸਿਰਫ ਇਸ ਕਨਸਪੀਰੇਸੀ ਦੇ ਵਿੱਚ ਇਸ ਸਾਜ਼ਿਸ਼ ਦੇ ਵਿੱਚ ਉਸ ਦਾ ਹਿੱਸਾ ਬਣਨਾ ਹੁੰਦਾ ਹੈ ਬਲਕਿ 2016 ਤੇ 17 ਦੇ ਵਿੱਚ ਮਾਰੇ ਗਏ ਬਹੁਤਾਤ ਜਿਹੜੇ ਲੀਡਰ ਸਨ ਉਹਨਾਂ ਦੇ ਵਿੱਚ ਉਹਨਾਂ ਦੀ ਹੱਤਿਆਕਾਂਡ ਦੇ ਵਿੱਚ ਵੱਧ ਚੜ ਕੇ ਰਮਨਦੀਪ ਕੈਨੇਡੀਅਨ ਦੀ ਭੂਮਿਕਾ ਵੀ ਸਾਹਮਣੇ ਆਈ ਹੁੰਦੀ ਹੈ। 7 ਨਵੰਬਰ ਨੂੰ ਰਮਨਦੀਪ ਕੈਨੇਡੀਅਨ ਨੂੰ ਇੱਕ ਇਨੋਵਾ ਗੱਡੀ ਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਹੈ। ਰਮਨਦੀਪ ਕੈਨੇਡੀਅਨ ਹੀ ਉਹ ਸ਼ਖਸ ਹੁੰਦਾ ਜਿਸਨੇ ਕਿ ਜਗਦੀਸ਼ ਗਗਨੇਜਾ ਗੋਲੀकांड ਜਾਂ ਹੱਤਿਆਕਾਂਡ ਦੇ ਵਿੱਚ ਵੀ ਵੱਧ ਚੜ ਕੇ ਆਪਣੀ ਭੂਮਿਕਾ ਅਦਾ ਕੀਤੀ ਹੁੰਦੀ ਹੈ ਤੇ ਉਸ ਦੇ ਵਿੱਚ ਖੁਦ ਡਾਇਰੈਕਟਲੀ ਇਨਵੋਲਵ ਰਿਹਾ ਹੁੰਦਾ ਹੈ। ਸੋ ਜਗਤਾਰ ਸਿੰਘ ਜੋਹਲ ਤੋਂ ਬਾਅਦ ਰਮਨਦੀਪ ਕੈਨੇਡੀਅਨ ਦੀ ਗ੍ਰਿਫਤਾਰੀ ਹੁੰਦੀ ਹੈ। 31 ਅਕਤੂਬਰ ਤੋਂ ਸਿਲਸਿਲਾ ਸ਼ੁਰੂ ਹੋਇਆ ਹੁੰਦਾ ਹੈ। ਸਭ ਤੋਂ ਪਹਿਲਾਂ ਤਲਜੀਤ ਜਿੰਮੀ ਉਸ ਤੋਂ ਬਾਅਦ 4 ਨਵੰਬਰ ਨੂੰ ਜੱਗੀ ਜੋਹਲ 7 ਨਵੰਬਰ ਨੂੰ ਰਮਨਦੀਪ ਕੈਨੇਡੀਅਨ ਫੜਿਆ ਜਾਂਦਾ ਹੈ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਵੀ 12 ਨਵੰਬਰ ਆਉਂਦਿਆਂ ਇਸ ਪੂਰੇ ਮਾਮਲੇ ਦੇ ਵਿੱਚ ਹੋਰ ਬ੍ਰੇਕ ਥਰੂਜ਼ ਮਿਲਦੇ ਨੇ ਤੇ ਹਰਦੀਪ ਸ਼ੇਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਹਰਦੀਪ ਸ਼ੇਰਾ ਜਿਸ ਦਾ ਨਾਮ ਹਰਦੀਪ ਪਹਿਲਵਾਨ ਵੀ ਦੱਸਿਆ ਜਾਂਦਾ ਹੈ ਉਹ ਵੀ ਇਸ ਪੂਰੀ ਸਾਜ਼ਿਸ਼ ਦਾ ਲੋਅਰ ਐਂਡ ਜਿਹੜਾ ਕਹਿੰਦਾ ਜਿਸ ਦੇ ਵਿੱਚ ਕਿ ਆਪਰੇਸ਼ਨਲ ਲੈਵਲ ਤੇ ਉਹ ਲੋਕ ਜਿਨ੍ਹਾਂ ਨੇ ਕਿ ਵਾਰਦਾਤਾਂ ਨੂੰ ਖੁਦ ਅੰਜਾਮ ਦੇਣਾ ਸੀ ਉਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਸੀ ਕਿਉਂਕਿ ਰਮਨਦੀਪ ਕੈਨੇਡੀਅਨ ਨੂੰ ਜਦੋਂ ਫੜਿਆ ਜਾਂਦਾ ਉਸ ਤੋਂ ਬਾਅਦ ਰਮਨਦੀਪ ਕੈਨੇਡੀਅਨ ਜਗਤਾਰ ਸਿੰਘ ਜੱਗੀ ਜੋਹਲ ਇਹਨਾਂ ਤੋਂ ਜਿਹੜੀ ਪੁੱਛਗਿੱਛ ਹੁੰਦੀ ਹੈ ਉਸ ਵਿੱਚ ਸ਼ੇਰੇ ਦਾ ਨਾਂ ਆਇਆ ਹੁੰਦਾ ਹੈ। ਹਰਦੀਪ ਸ਼ੇਰੇ ਨੇ ਹੀ ਇਸ ਪੂਰੇ ਕੇਸ ਨੂੰ ਇਸ ਪੂਰੀ ਸਾਜ਼ਿਸ਼ ਦੀਆਂ ਕੜੀਆਂ ਨੂੰ ਜੋੜਨਾ ਹੁੰਦਾ ਹੈ ਕਿਉਂਕਿ ਹਰਦੀਪ ਸ਼ੇਰਾ ਹੀ ਉਹ ਸ਼ਖਸ ਹੁੰਦਾ ਹੈ ਜੋ ਕਿ ਉਸ ਲਿੰਕ ਨੂੰ ਜੋੜਦਾ ਹੈ ਜਗਤਾਰ ਜੱਗੀ ਜੋਹਲ ਦੇ ਨਾਲ ਮਿਲ ਕੇ ਜਿਸ ਦੇ ਤਹਿਤ ਕਿ ਇਟਲੀ ਤੇ ਯੂਕੇ ਦੇ ਵਿੱਚ ਕਥਿਤ ਤੌਰ ਤੇ ਇਸ ਪੂਰੀ ਸਾਜ਼ਿਸ਼ ਨੂੰ ਇਸ ਪੂਰੀ ਕਨਸਪੀਰੇਸ਼ਨ ਨੂੰ ਰਚਿਆ ਗਿਆ ਹੁੰਦਾ ਹੈ ਜਿਸ ਦੇ ਵਿੱਚ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਜਿਹੜਾ ਮੁਖੀ ਹੁੰਦਾ ਹੈ ਹਰਮਿੰਦਰ ਮਿੰਟੂ ਉਹ ਵੀ ਸ਼ਾਮਲ ਹੁੰਦਾ ਹੈ। ਸੋ ਉਹ ਗੱਲਬਾਤ ਨੂੰ ਵੀ ਅੱਗੇ ਤੋਰਾਂਗੇ ਲੇਕਿਨ ਇਸ ਤੋਂ ਪਹਿਲਾਂ ਇਹ ਦੱਸ ਦਈਏ ਵੀ 31 ਅਕਤੂਬਰ 2017 ਤੋਂ ਲੈ ਕੇ 12 ਨਵੰਬਰ 2017 ਤੱਕ ਤਕਰੀਬਨ 13-14 ਦਿਨ ਦਾ ਵਕਫਾ ਹੁੰਦਾ ਹੈ ਜਦੋਂ ਕਿ ਰਮਨਦੀਪ ਕੈਨੇਡੀਅਨ ਹਰਦੀਪ ਸ਼ੇਰਾ ਜਗਤਾਰ ਸਿੰਘ ਜੱਗੀ ਜੋਹਲ ਤੇ ਜਿੰਮੀ ਜਦੋਂ ਵੀ ਇਹ ਲੋਕਾਂ ਨੂੰ ਫੜਿਆ ਜਾਂਦਾ ਹੈ ਇਹਨਾਂ ਦੇ ਨਾਲ ਕੋਈ ਨਾ ਕੋਈ ਹਥਿਆਰ ਜ਼ਰੂਰ ਰਿਕਵਰ ਕੀਤਾ ਜਾ ਰਿਹਾ ਹੁੰਦਾ ਹੈ। ਤਕਰੀਬਨ 8 ਤੋਂ 9 ਐਸੇ ਪਿਸਤੌਲ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ ਜਾਂਦੇ ਨੇ ਜਦੋਂ ਵੀ ਕੋਈ ਗ੍ਰਿਫਤਾਰੀ ਹੁੰਦੀ ਹੈ ਉਸ ਸ਼ਖਸ ਦੀ ਨਿਸ਼ਾਨਦੇਹੀ ਉੱਤੇ ਚਾਹੇ ਉਹ ਜੱਗੀ ਜੋਹਲ ਰਿਹਾ ਹੋਵੇ ਚਾਹੇ ਉਹ ਕੈਨੇਡੀਅਨ ਰਿਹਾ ਹੋਵੇ ਜਾਂ ਫਿਰ ਉਹ ਹਰਦੀਪ ਸ਼ੇਰਾ ਹੋਵੇ ਪੁਲਿਸ ਹਥਿਆਰ ਬਰਾਮਦ ਕਰ ਰਹੀ ਹੁੰਦੀ ਹੈ। ਇਹਨਾਂ ਹਥਿਆਰਾਂ ਨੂੰ ਕਿਸੇ ਨਾ ਕਿਸੇ ਨਦੀ ਦੇ ਕੰਢੇ ਕਿਸੇ ਨਾ ਕਿਸੇ ਡਰੇਨ ਦੇ ਕਿਨਾਰੇ ਤੇ ਗੱਡ ਕੇ ਰੱਖਿਆ ਜਾਂਦਾ ਹੁੰਦਾ ਹੈ। ਇੱਕ ਸਟੈਂਡਰਡ ਜਿਹੀ ਤਰੀਕਾ ਹੁੰਦਾ ਹੈ ਜਿਸ ਤਹਿਤ ਕਿ 30-32 ਬੋਰ 9 mm ਦੀ ਜਿਹੜੀਆਂ ਪਿਸਟਲਸ ਨੇ ਉਹ ਰਿਕਵਰ ਕੀਤੀਆਂ ਜਾਂਦੀਆਂ ਨੇ। ਇਹ ਸਭ ਤੋਂ ਮਹੱਤਵਪੂਰਨ ਗੱਲ ਹੈ ਕਿਉਂਕਿ ਜੇ ਇਸ ਪੂਰੀ ਕਹਾਣੀ ਨੂੰ ਆਪਾਂ ਇੱਕ ਬਣੀ ਬਣਾਈ ਇੱਕ ਕਨਕੌਕਟਡ ਸਟੋਰੀ ਮੰਨੀਏ ਯਾਨੀ ਕਿ ਆਪਾਂ ਇਹ ਮੰਨ ਕੇ ਚੱਲੀਏ ਵੀ ਪੁਲਿਸ ਨੇ ਪ੍ਰੋਸੀਕਿਊਸ਼ਨ ਨੇ ਐਨਆਈਏ ਤੋਂ ਪਹਿਲਾਂ ਤਾਂ ਖੈਰ ਪੰਜਾਬ ਪੁਲਿਸ ਦੀ ਤਫਤੀਸ਼ ਸੀ ਇਹ ਸਾਰੀ ਥਿਉਰੀਜ਼ ਤੇ ਸਾਰੀ ਜਿਹੜੀ ਪੜਤਾਲ ਹੈ ਪੰਜਾਬ ਪੁਲਿਸ ਦੀ ਹੀ ਮੈਂ ਹਾਲੇ ਤੱਕ ਗੱਲ ਕਰ ਰਿਹਾ ਕਿਉਂਕਿ ਇਸੀ ਪੜਤਾਲ ਨੂੰ ਹੂਬਹੂ ਐਨਆਈਏ ਨੇ ਵੀ ਟੇਕ ਅਪ ਕੀਤਾ ਮੈਂ ਪਹਿਲਾਂ ਇਸਦਾ ਜ਼ਿਕਰ ਕਰ ਚੁੱਕਾ ਹਾਂ। ਸੋ ਜੇ ਆਪਾਂ ਇਸ ਪੜਤਾਲ ਨੂੰ ਕਨਕੌਕਟਡ ਗੱਲਬਾਤ ਮੰਨ ਕੇ ਚੱਲੀਏ ਇਹ ਸਮਝ ਕੇ ਚੱਲੀਏ ਵੀ ਹਥਿਆਰ ਇਹਨਾਂ ਲੋਕਾਂ ਉੱਤੇ ਜੱਗੀ ਜੋਹਲ ਦੇ ਉੱਤੇ ਰਮਨਦੀਪ ਕੈਨੇਡੀਅਨ ਦੇ ਉੱਤੇ ਹਰਦੀਪ ਸ਼ੇਰੇ ਦੇ ਉੱਤੇ ਪਲਾਂਟ ਕੀਤੇ ਗਏ ਕਿਸੇ ਤਰੀਕੇ ਨਾਲ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਗਈ ਫਰਜ਼ੀ ਤਰੀਕੇ ਨਾਲ ਉਹਨਾਂ ਦੇ ਉੱਤੇ ਹਥਿਆਰ ਪਾਤੇ ਗਏ ਤਾਂ ਉਹ ਆਪਣੇ ਆਪ ਵਿੱਚ ਬਹੁਤ ਸਵਾਲ ਇਸ ਵਾਸਤੇ ਖੜੇ ਕਰਦਾ ਹੈ ਕਿਉਂਕਿ ਜਿਹੜੇ ਵੀ ਹਥਿਆਰਾਂ ਦੀ ਗੱਲ ਹੋ ਰਹੀ ਹੈ ਯਾਨੀ ਕਿ ਜਿਹੜੇ ਕਿ ਹਥਿਆਰ ਇਸ ਵਕਤ
ਪੂਰੇ ਕੇਸਾਂ ਦੇ ਰਿਕਾਰਡ ਦੇ ਵਿੱਚ ਹੈਗੇ ਨੇ, ਉਹ ਕੇਸਾਂ ਦਾ ਹਿੱਸਾ ਹੈਗੇ ਨੇ, ਉਹਨਾਂ ਦੀ ਸ਼ਨਾਖਤ ਬਹੁਤ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਜਿੰਨੇ ਵੀ ਲੀਡਰ ਆਗੂ ਮਾਰੇ ਗਏ, ਧਾਰਮਿਕ ਜਿਹੜੀਆਂ ਜਥੇਬੰਦੀਆਂ ਦੇ ਜਿਹੜੇ ਲੋਕ ਮਾਰੇ ਗਏ ਸਨ, ਸਮਰਥਕ ਮਾਰੇ ਗਏ ਸਨ, ਉਹਨਾਂ ਦੀ ਡੈਡ ਬੋਡੀਜ਼ ਦੇ ਵਿੱਚ ਜਿਹੜੀਆਂ ਗੋਲੀਆਂ ਮਿਲੀਆਂ ਨੇ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਇਹਨਾਂ ਹਥਿਆਰਾਂ ਦੇ ਵਿੱਚ ਮੈਚ ਕਰਵਾਇਆ ਜਾ ਸਕਦਾ ਹੈ ਤੇ ਇਹੀ ਦਾਅਵੇ ਜਿਹੜੇ ਹੈਗੇ ਉਹ NIA ਕਰ ਵੀ ਰਹੀ ਹੈ। ਸੋ ਤਕਰੀਬਨ 8 ਤੋਂ 9 ਐਸੀਆਂ ਪਿਸਤੌਲਾਂ ਸਨ ਜੋ ਕਿ ਅਕਤੂਬਰ ਤੇ ਨਵੰਬਰ ਦੇ ਮਹੀਨੇ ਸਾਲ 2017 ਦੇ ਵਿੱਚ ਰਿਕਵਰ ਕੀਤੀਆਂ ਗਈਆਂ ਤੇ ਅਲੱਗ-ਅਲੱਗ ਥਾਵਾਂ ਤੋਂ ਇਹ ਰਿਕਵਰ ਕੀਤੀਆਂ ਗਈਆਂ। ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਅਹਿਮ ਤੇ ਇਨਕ੍ਰਿਮੀਨੇਟਿੰਗ ਗੱਲਬਾਤ ਹੈ ਜੋ ਕਿ ਬਾਗਾ ਪੁਰਾਣਾ ਪੁਲਿਸ ਦੀ ਜਿਹੜੀ ਤਫਤੀਸ਼ ਚੱਲ ਰਹੀ ਸੀ, ਜੋ ਕਿ ਬਾਅਦ ਦੇ ਵਿੱਚ ਕੁਝ ਦਿਨ ਬਾਅਦ ਹੀ ਯਾਨੀ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਟ੍ਰਾਂਸਫਰ ਕੀਤੀ ਜਾਣੀ ਸੀ। ਅਜੇ ਤੱਕ ਉਹ ਪੂਰੀ ਬਾਗਾ ਪੁਰਾਣਾ ਜਾਂ ਮੋਗਾ ਪੁਲਿਸ ਉਸ ਦੀ ਤਫਤੀਸ਼ ਕਰ ਰਹੀ ਸੀ। ਉਸ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਵੀ ਰਮਨਦੀਪ ਕੈਨੇਡੀਅਨ ਅਤੇ ਹਰਦੀਪ ਸ਼ੇਰਾ ਨੇ ਜਗਦੀਸ਼ ਗਗਨੇਜਾ ਨੂੰ ਜਦੋਂ ਮਾਰਿਆ, ਇਹ ਦੱਸਿਆ ਜਾਂਦਾ ਵੀ ਲੋਕ ਡਾਇਰੈਕਟਲੀ ਇਨਵੋਲਵਡ ਸਨ ਉਸ ਕਿਲਿੰਗ ਦੇ ਵਿੱਚ, ਉਸ ਸ਼ੂਟ ਆਊਟ ਦੇ ਵਿੱਚ। ਉਹਨਾਂ ਨੂੰ ਮਾਰਨ ਤੋਂ ਬਾਅਦ, ਜਗਦੀਸ਼ ਗਗਨੇਜਾ ਨੂੰ ਮਾਰਨ ਤੋਂ ਬਾਅਦ ਉਸ ਮੋਟਰ ਬਾਈਕ ਨੂੰ, ਜੋ ਕਿ ਇੱਕ ਡਿਸਕਵਰ ਮੋਟਰ ਬਾਈਕ ਸੀ, ਉਸ ਨੂੰ ਪਿੰਡ ਜਿਹੜਾ ਹੈ ਉਹ ਪਵਾਤ ਪੈਂਦਾ ਹੈ, ਪਿੰਡ ਪਵਾਤ ਜੋ ਕਿ ਚਮਕੌਰ ਸਾਹਿਬ ਨੂੰ ਜਾਣ ਵਾਲੀ ਨਹਿਰ ਦੇ ਕੰਢੇ ਇੱਕ ਐਸਾ ਲੰਗਰ ਹਾਲ ਹੈ ਜਿਸ ਦੇ ਕੰਢੇ ਦੇ ਉੱਤੇ ਪਿੰਡ ਪਵਾਤ ਹੈ ਤੇ ਪਵਾਤ ਦੇ ਇੱਕ ਲੋਕੇਸ਼ਨ ਦੇ ਉੱਤੇ ਇਸ ਮੋਟਰਸਾਈਕਲ ਨੂੰ ਡੰਪ ਕਰਤਾ ਗਿਆ, ਉਸ ਨਹਿਰ ਦੇ ਵਿੱਚ ਸਿੱਟਤਾ ਗਿਆ। ਇਹ ਜਿਹੜਾ ਇੰਕਸ਼ਾਫ ਜਾਂ ਜਿਹੜੀ ਪੂਰੀ ਤਸਦੀਕ ਸੀ, ਇਸ ਨੂੰ ਰਮਨਦੀਪ ਕੈਨੇਡੀਅਨ ਅਤੇ ਹਰਦੀਪ ਸ਼ੇਰੇ ਨੇ ਮੰਨਿਆ ਜਦੋਂ ਕਿ ਉਹ ਪੁਲਿਸ ਦੇ ਹੱਥੇ ਬਾਅਦ ਦੇ ਵਿੱਚ ਚੜ ਗਏ। ਕੁਝ ਹੀ ਦਿਨ ਬਾਅਦ ਜਿਹੜੇ ਗੋਤਾਖੋਰ ਸਨ ਉਹਨਾਂ ਨੂੰ ਉਸ ਨਹਿਰ ਦੇ ਵਿੱਚ ਵਾੜਿਆ ਗਿਆ। ਗੋਤਾਖੋਰਾਂ ਨੇ ਉਸ ਮੋਟਰਸਾਈਕਲ ਜੋ ਕਿ ਡਿਸਕਵਰ ਮੋਟਰਸਾਈਕਲ ਸੀ ਉਸ ਨੂੰ ਰਿਕਵਰ ਕਰ ਲਿਆ। ਲੇਕਿਨ ਮੋਟਰਸਾਈਕਲ ਜੋ ਕਿ ਦੱਸਿਆ ਜਾਂਦਾ ਵੀ ਚੋਰੀ ਦਾ ਮੋਟਰਸਾਈਕਲ ਸੀ, ਲੁਧਿਆਣਾ ਤੋਂ ਚੋਰੀ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਜਲੰਧਰ ਦੇ ਵਿੱਚ ਜਗਦੀਸ਼ ਗਗਨੇਜਾ ਨੂੰ ਉਹਨਾਂ ਦੀ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਸੋ ਇਸ ਚੋਰੀ ਦੇ ਮੋਟਰਸਾਈਕਲ ਦੇ ਜਿਹੜੇ ਚੈਸੀ ਨੰਬਰ ਜਾਂ ਹੋਰ ਐਸੇ ਸ਼ਨਾਖਤ ਸੀ, ਕਿਉਂਕਿ ਨੰਬਰ ਤਾਂ ਇਸ ਮੋਟਰਸਾਈਕਲ ਦਾ ਆ ਗਿਆ ਸੀ, ਇਹ ਵੀ ਫੈਕਟ ਚੈੱਕ ਹੋ ਗਿਆ ਸੀ ਵੀ ਇਹ ਜਿਹੜਾ ਮੋਟਰਸਾਈਕਲ ਸੀ ਲੁਧਿਆਣਾ ਤੋਂ ਚੋਰੀ ਹੋਇਆ ਸੀ, ਲੇਕਿਨ ਇਸ ਦੇ ਚੈਸੀ ਨੰਬਰ ਸਹੀ ਤਰੀਕੇ ਨਾਲ ਪੜ੍ਹੇ ਨਹੀਂ ਜਾ ਪਾਏ ਕਿਉਂਕਿ ਮੋਟਰਸਾਈਕਲ ਜਿਹੜਾ ਸੀ ਨਹਿਰ ਦੇ ਵਿੱਚ ਪਿਆ ਉਹ ਗਲ ਗਿਆ ਸੀ, ਜੰਗ ਲੱਗ ਗਿਆ ਸੀ। ਉਸ ਹਾਲਾਤ ਦੇ ਵਿੱਚ ਉਸਦੇ ਚੈਸੀ ਨੰਬਰਾਂ ਨੂੰ ਮੈਚ ਨਹੀਂ ਕੀਤਾ ਜਾ ਪਾਇਆ। ਸੋ ਇਹ ਇੱਕ ਲਕੂਨਾ ਵੀ ਹੈ ਕਿਉਂਕਿ ਪ੍ਰੋਸੀਕਿਊਸ਼ਨ ਨੂੰ ਆਪਣੀ ਇਸ ਥਿਉਰੀ ਨੂੰ ਸਬਸਟੈਂਸ਼ੀਏਟ ਕਰਨਾ ਪਏਗਾ। ਇੱਕ ਬਹੁਤ ਇੰਪੋਰਟੈਂਟ ਗੱਲਬਾਤ ਸੀ, ਇੱਕ ਮੋਟਰਸਾਈਕਲ ਜਿਸ ਦਾ ਕਿ ਵਾਰਦਾਤ ਦੇ ਵਿੱਚ ਇਸਤੇਮਾਲ ਹੋਇਆ ਹੈ ਉਹ ਇੱਕ ਨਹਿਰ ਦੇ ਵਿੱਚ ਪਾਇਆ ਗਿਆ ਤੇ ਉਸ ਨੂੰ ਗੋਤਾਖੋਰਾਂ ਵੱਲੋਂ ਕੱਢਿਆ ਗਿਆ। ਲੇਕਿਨ ਕੀ ਇਹ ਵਾਕਈ ਉਹੀ ਮੋਟਰਸਾਈਕਲ ਸੀ ਜਾਂ ਕਿਸੇ ਵੀ ਚੋਰੀ ਦੇ ਮੋਟਰਸਾਈਕਲ ਨੂੰ ਲੁਧਿਆਣੇ ਤੋਂ ਚੱਕ ਕੇ ਇਸ ਨਹਿਰ ਵਿੱਚ ਪਾਤਾ ਗਿਆ ਤੇ ਬਾਅਦ ਦੇ ਵਿੱਚ ਇਹਨਾਂ ਲੋਕਾਂ ਤੇ ਫਿੱਟ ਕਰਤਾ ਗਿਆ? ਦੋਵੇਂ ਅਲੱਗ-ਅਲੱਗ ਨਜ਼ਰੀਏ ਹੈਗੇ ਨੇ ਵੇਖਣ ਦੇ, ਲੇਕਿਨ ਇਹ ਜਿਹੜੀ ਗੱਲਬਾਤ ਹੈ ਇੰਕਸ਼ਾਫ ਜਿਹੜਾ ਸੀਗਾ ਉਹ ਰਮਨਦੀਪ ਕੈਨੇਡੀਅਨ ਅਤੇ ਹਰਦੀਪ ਸ਼ੇਰਾ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਦੋਨਾਂ ਨੇ ਇੱਕ ਹੋਰ ਇੰਕਸ਼ਾਫ ਕੀਤਾ। ਦੁਰਗਾ ਦਾਸ ਜਿਹੜਾ ਖੰਨਾ ਦੇ ਵਿੱਚ ਸ਼ਿਵ ਸੈਨਾ ਦਾ ਲੀਡਰ ਜਿਹੜਾ ਮਾਰਿਆ ਗਿਆ ਸੀ, ਜਿਹੜੀ ਸਭ ਤੋਂ ਪਹਿਲੀ ਅਪ੍ਰੈਲ 2016 ਦੀ ਸਭ ਤੋਂ ਪਹਿਲੀ ਟਾਰਗੇਟਡ ਕਿਲਿੰਗ ਦਾ ਕੇਸ ਸੀ, ਉਸ ਦੇ ਵਿੱਚ ਵੀ ਇੱਕ ਬੁਲਟ ਮੋਟਰਸਾਈਕਲ ਦੀ ਵਰਤੋਂ ਸੀ ਤੇ ਕੁਝ ਹਥਿਆਰਾਂ ਦੀ ਵਰਤੋਂ ਸੀ। ਉਹ ਸਾਰੇ ਹਥਿਆਰ ਜਿਹੜੇ ਸੀ ਉਹਨਾਂ ਦੀ ਰਿਕਵਰੀ ਵੀ ਇਹਨਾਂ ਵੱਲੋਂ ਕੀਤੀ ਗਈ ਹੈ। ਪੁਲਿਸ ਨੇ ਆਪਣੀ ਤਫਤੀਸ਼ ਦੇ ਦੌਰਾਨ, ਉਸ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਹਥਿਆਰਾਂ ਦੀ ਰਿਕਵਰੀ ਵੀ ਦਿਖਾਈ ਜਿਸ ਪਿਸਤੌਲ ਨਾਲ ਉਹ ਸ਼ੂਟ ਆਊਟ ਕੀਤਾ ਗਿਆ ਸੀ ਤੇ ਇਸ ਦੇ ਨਾਲ ਹੀ ਉਸ ਬੁਲਟ ਮੋਟਰਸਾਈਕਲ ਨੂੰ ਵੀ ਇੱਕ ਰਿਸ਼ਤੇਦਾਰ ਜਿਹੜਾ ਸੀ ਹਰਦੀਪ ਸ਼ੇਰੇ ਦਾ, ਉਸ ਤੋਂ ਰਿਕਵਰ ਕੀਤਾ ਹੋਇਆ ਦਿਖਾਇਆ ਗਿਆ। ਸੋ ਇਹ ਮੋਟਰਸਾਈਕਲ ਤੇ ਇਹ ਹਥਿਆਰਾਂ ਦਾ ਮਿਲਣਾ ਕਿਤੇ ਨਾ ਕਿਤੇ ਉਹਨਾਂ ਕੜੀਆਂ ਨੂੰ ਜੋੜਤਾ ਰਿਹਾ ਹੈ, ਲੇਕਿਨ ਪ੍ਰੋਸੀਕਿਊਸ਼ਨ ਕਿੰਨੀ ਪੁਖਤਾ ਤਰੀਕੇ ਨਾਲ ਇਸ ਪੂਰੇ ਸਬੂਤਾਂ ਤੇ ਜਿਹੜਾ ਐਵੀਡੈਂਸ ਉਹਨਾਂ ਕੋਲ ਮੌਜੂਦ ਹੈ ਉਸ ਨੂੰ ਲਿੰਕ ਕਰ ਪਾਏਗੀ? ਕਿਉਂਕਿ ਜਿੱਥੇ ਤੱਕ ਹਥਿਆਰਾਂ ਦੀ ਗੱਲ ਹੈ, ਜਿੰਨੇ ਵੀ ਪਿਸਤੌਲ ਮਿਲੇ ਹੈਗੇ ਨੇ ਇਹ ਸਾਰੇ ਲੋਕਾਂ ਤੋਂ, ਕਿਉਂਕਿ ਇਹ ਪਿਸਤੌਲ ਹੀ ਉਹ ਜ਼ਰੀਆ ਸਨ, ਹੋਰ ਕੋਈ ਐਸਾ ਹਥਿਆਰ, ਕੋਈ ਗ੍ਰੇਨੇਡ ਜਾਂ ਕੋਈ ਐਕਸਪਲੋਸਿਵ ਇਹ ਪੂਰੇ ਜਿਹੜੇ ਹੱਤਿਆਕਾਂਡ ਜਿੰਨੇ ਵੀ ਕਤਲ ਕੀਤੇ ਗਏ ਹਿੰਦੂ ਅਤੇ ਈਸਾਈ ਲੀਡਰਾਂ ਦੇ, ਉਹਨਾਂ ਦੇ ਵਿੱਚ ਪਿਸਤੌਲਾਂ ਹੀ ਵਰਤੀਆਂ ਗਈਆਂ। ਮੋਡਸ ਆਪਰੈਂਡੀ ਸੇਮ ਸੀ, ਮੋਟਰਸਾਈਕਲ ਵਰਤੇ ਗਏ। ਉਹ ਲੋਕ ਜਿਹੜੇ ਕਿ ਨਕਾਬਪੋਸ਼ ਸਨ, ਜੋ ਯਾਨੀ ਕਿ ਆਪਣੇ ਚਿਹਰੇ ਢੱਕੇ ਹੋਏ ਹੁੰਦੇ ਸਨ, ਉਹਨਾਂ ਕੋਲ ਸਿਰਫ ਪਿਸਤੌਲਾਂ ਤੇ ਉਹਨਾਂ ਹਥਿਆਰਾਂ ਦੇ ਜ਼ਰੀਏ ਹੀ ਉਹਨਾਂ ਨੇ ਹਮਲੇ ਕੀਤੇ। ਅੱਜ ਦੀ ਤਰੀਕ ਦੇ ਵਿੱਚ ਫੋਰੈਂਸਿਕ ਸਾਇੰਸ ਇੰਨੀ ਕੁ ਪਰਿਪੱਕ ਹੋ ਚੁੱਕੀ ਹੈ ਵੀ ਉਸ ਚੀਜ਼ ਨੂੰ ਐਸਟੈਬਲਿਸ਼ ਕਰ ਸਕਦੀ ਹੈ ਵੀ ਕਿਹੜੀ ਗੋਲੀ ਕਿਹੜੇ ਬੈਰਲ ਦੇ ਵਿੱਚੋਂ, ਕਿਹੜੀ ਗਨ ਦੇ ਵਿੱਚੋਂ ਨਿਕਲੀ ਹੈ। ਸੋ ਇਹ ਜਿਹੜੀਆਂ ਪਿਸਤੌਲਾਂ ਜੋ ਕਿ ਪੁਲਿਸ ਤੇ ਤਫਤੀਸ਼ ਦੇ ਰਿਕਾਰਡ ਦਾ ਹਿੱਸਾ ਨੇ, ਜੇ ਫੋਰੈਂਸਿਕ ਰਿਪੋਰਟਸ ਇਹਨਾਂ ਨੂੰ ਮੈਚ ਕਰਦੀਆਂ ਨੇ ਉਹਨਾਂ ਗੋਲੀਆਂ ਨੂੰ, ਤਾਂ ਉਸ ਹਾਲਾਤ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਤੇ ਮਹੱਤਵਪੂਰਨ ਫੋਰੈਂਸਿਕ ਐਵੀਡੈਂਸ ਹੋ ਸਕਦਾ ਹੈ। ਦਸੰਬਰ 2017 ਆਉਂਦਿਆਂ ਇਹ ਪੂਰੀ ਦੀ ਪੂਰੀ ਗੁੱਥੀ ਸੁਲਝ ਚੁੱਕੀ ਸੀ। ਉਹ ਮਾਮਲਾ ਜੋ ਕਿ 2016 ਤੇ 2017 ਦੇ ਵਿੱਚ ਕ੍ਰੈਕ ਨਹੀਂ ਸੀ ਹੋ ਪਾਇਆ, ਇਨਵੈਸਟੀਗੇਸ਼ਨ ਦੇ ਵਿੱਚ, ਪੜਤਾਲ ਦੇ ਵਿੱਚ ਸੁਲਝ ਨਹੀਂ ਸੀ ਪਾ ਰਿਹਾ, ਉਹ ਮਹਿਜ਼ 12 ਜਾਂ 13 ਦਿਨ ਦੇ ਵਕਫੇ ਦੇ ਗ੍ਰਿਫਤਾਰੀ ਤੋਂ ਬਾਅਦ, ਜਿੰਮੀ ਦੀ ਗ੍ਰਿਫਤਾਰੀ ਤੋਂ ਲੈ ਕੇ ਹਰਦੀਪ ਸ਼ੇਰੇ ਦੀ ਗ੍ਰਿਫਤਾਰੀ ਤੱਕ ਤਕਰੀਬਨ 13 ਦਿਨਾਂ ਦੇ ਵਿੱਚ 5 ਜਾਂ 6 ਐਸੀਆਂ ਗ੍ਰਿਫਤਾਰੀਆਂ ਹੋਈਆਂ ਤੇ ਉਸ ਦੇ ਨਾਲ ਇਹ ਪੂਰੀ ਦੀ ਪੂਰੀ ਗੁੱਥੀ ਤੇ ਪੂਰੀ ਦੀ ਪੂਰੀ ਸਾਜ਼ਿਸ਼ ਹੈ ਉਹ ਕਲੀਅਰ ਹੋ ਗਈ, ਰਿਜ਼ੋਲਵ ਹੋ ਗਈ। ਘੱਟੋ ਘੱਟ ਪੁਲਿਸ ਤਫਤੀਸ਼ ਨੇ ਸਾਬਤ ਕਰਤਾ ਸੀ। 1 ਦਸੰਬਰ 2017 ਨੂੰ ਇਸ ਪੂਰੀ ਜਿਹੜੀ ਪੜਤਾਲ ਸੀ ਉਸ ਜਾਂਚ ਨੂੰ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਦਿੱਤਾ ਗਿਆ। ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਕੁਝ ਹੀ ਦਿਨ ਇਸ ਪੜਤਾਲ ਨੂੰ ਆਪਣੇ ਹੱਥ ਵਿੱਚ ਰੱਖਿਆ ਜਾਣਾ ਸੀ ਕਿਉਂਕਿ ਇਸ ਤੋਂ ਬਾਅਦ ਇਸ ਕੇਸ ਨੂੰ ਦਸੰਬਰ ਦੇ ਮਹੀਨੇ ਵਿੱਚ 17 ਦਸੰਬਰ ਨੂੰ NIA ਨੂੰ ਸੌਂਪਤਾ ਜਾਣਾ ਸੀ। ਸੋ 17 ਦਸੰਬਰ 2017
ਸਾਲ ਦੇ ਵਿੱਚ NIA ਨੇ ਇਹਦੇ ਨਾਲ ਪੂਰੀ ਇਨਵੈਸਟੀਗੇਸ਼ਨਸ ਨੂੰ ਟੇਕ ਅਪ ਕੀਤਾ ਤੇ ਹੈਰਾਨੀ ਦੀ ਗੱਲ ਇਹ ਸੀ ਜੋ ਕਿ ਬਚਾਅ ਪੱਖ ਯਾਨੀ ਕਿ ਜੱਗੀ ਜੌਹਲ ਤੇ ਉਹ तमाम ਲੋਕ ਜਿਹੜੇ ਕਿ ਇਸ ਮਾਮਲੇ ਦੇ ਵਿੱਚ ਮੁਲਜ਼ਮ ਹੈਗੇ ਨੇ, ਜਿਨ੍ਹਾਂ ਦੇ ਵਿੱਚ ਕਿ ਰਮਨਦੀਪ ਕੈਨੇਡੀਅਨ ਸ਼ਾਮਲ ਨੇ, ਹਰਦੀਪ ਸ਼ੇਰਾ ਸ਼ਾਮਲ ਨੇ, ਉਹਨਾਂ ਦੇ ਜਿਹੜੇ ਬਚਾਅ ਪੱਖ ਹੈਗੇ ਨੇ ਉਹ ਅਦਾਲਤਾਂ ਦੇ ਵਿੱਚ NIA ਕੋਰਟਸ ਜੋ ਕਿ ਪਹਿਲਾਂ ਮੋਹਾਲੀ ਦੇ ਵਿੱਚ ਲੱਗਿਆ ਕਰਦੀਆਂ ਸਨ, ਜ਼ਿਆਦਾਤਰ ਕੇਸਾਂ ਦੇ ਵਿੱਚ ਬਾਅਦ ਦੇ ਵਿੱਚ ਇਹ ਸਾਰੇ ਦੇ ਸਾਰੇ ਮੁਕੱਦਮੇ ਦਿੱਲੀ ਦੇ ਵਿੱਚ ਟ੍ਰਾਂਸਫਰ ਕਰਤੇ ਗਏ। ਬਚਾਅ ਪੱਖ ਨੇ ਹਮੇਸ਼ਾ ਹੀ ਆਪਣੀ ਇਸ ਤਕਰੀਰ ਨੂੰ ਮੁੱਖ ਤੌਰ ਤੇ ਅਦਾਲਤਾਂ ਦੇ ਸਾਹਮਣੇ ਰੱਖਿਆ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਵੀ 7 ਵੱਖ-ਵੱਖ ਟਾਰਗੇਟਡ ਕਿਲਿੰਗਸ ਦੇ ਕੇਸ ਸਨ, 7 ਅਲੱਗ-ਅਲੱਗ ਲੋਕ 7 ਵਾਰਦਾਤਾਂ ਦੇ ਵਿੱਚ ਮਾਰੇ ਗਏ ਸਨ, 6 ਵਾਰਦਾਤਾਂ ਦੇ ਵਿੱਚ ਇੱਕ ਵਾਰਦਾਤ ਦੇ ਵਿੱਚ ਸਿਰਫ ਗੋਲੀਆਂ ਚੱਲੀਆਂ ਸਨ। ਇਹ ਸਾਰੇ ਦੀ ਸਾਰੀ ਵਾਰਦਾਤਾਂ ਨੂੰ ਇੱਕ ਹੀ ਲੜੀ ਤੇ ਇੱਕ ਹੀ ਕੜੀ ਦੇ ਵਿੱਚ ਪਿਰੋ ਕੇ NIA ਤੇ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਜਿਹੜੀ ਤਫਤੀਸ਼ ਕੀਤੀ ਸੀ, ਜਿਸ ਨੂੰ NIA ਨੇ ਹੂਬਹੂ ਉਵੇਂ ਹੀ ਚੱਕ ਲਿਆ। ਉਹਨਾਂ ਨੇ ਇੱਕ ਐਸੀ ਕਹਾਣੀ ਬਣਾਤੀ ਹੈ, ਇੱਕ ਐਸੀ ਸਕ੍ਰਿਪਟ ਬਣਾਤੀ ਹੈ ਜਿਸ ਦੀ ਸਾਂਚੇ ਦੇ ਵਿੱਚ ਉਹ ਹਰ ਕੇਸ ਨੂੰ ਫਿੱਟ ਕਰਨਾ ਚਾਹ ਰਹੇ ਨੇ। ਬਚਾਅ ਪੱਖ ਦੀ ਇਹ ਵੀ ਦਲੀਲ ਹੈਗੀ ਵੀ ਸਾਰੀ ਗੱਲਾਂ ਬਾਤਾਂ ਇਹ ਪੂਰੇ ਕੇਸਾਂ ਦੀ ਜਿਹੜੀ ਮੁਕੱਦਮੇਬਾਜ਼ੀ ਹੈ ਉਹ ਕਾਪੀ ਪੇਸਟ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇੱਕ ਕੇਸ ਬਾਗਾ ਪੁਰਾਣਾ ਦੀ ਉਸ FIR 193 ਦੀ ਪੂਰੀ ਤਫਤੀਸ਼ ਨੂੰ ਚੱਕ ਕੇ ਹੀ ਹੋਰ ਸਾਰੇ ਕੇਸਾਂ ਦੇ ਵਿੱਚ ਜਗਦੀਸ਼ ਗਗਨੇਜਾ ਤੋਂ ਲੈ ਕੇ ਰਵਿੰਦਰ ਗੋਸਾਈ ਤੋਂ ਲੈ ਕੇ ਦੁਰਗਾ ਦਾਸ ਤੋਂ ਲੈ ਕੇ ਪਾਸਟਰ ਜਿਹੜੇ ਹੈਗੇ ਨੇ ਸੁਲਤਾਨ ਮਸੀਹ ਤੋਂ ਲੈ ਕੇ ਉਹ ਸਾਰੇ ਕੇਸਾਂ ਦੇ ਵਿੱਚ ਉਹ ਸਾਰੀ ਤਫਤੀਸ਼ ਨੂੰ ਹੂਬਹੂ ਫਿੱਟ ਕਰਤਾ ਗਿਆ ਹੈ, ਜੋ ਕਿ ਆਪਣੇ ਆਪ ਵਿੱਚ ਗਲਤ ਹੈ ਕਿਉਂਕਿ ਹਰ ਕੇਸ ਨੂੰ ਉਸਦੀ ਮੈਰਿਟ ਉੱਤੇ ਵੇਖਿਆ ਜਾਣਾ ਬਣਦਾ ਹੈ। ਇਹ ਗੱਲ ਕੁਝ ਹੱਦ ਤੱਕ ਸਹੀ ਵੀ ਹੈ, ਲੇਕਿਨ ਬੇਸ਼ੱਕ ਕੇਸ ਅਲੱਗ-ਅਲੱਗ ਹੈਗੇ ਨੇ, ਲੇਕਿਨ ਜੇ ਇਸ ਕਨਸਪੀਰੇਸੀ ਨੂੰ ਇੱਕ ਇਕੱਠਾ ਕਰਕੇ ਸਿਰੇ ਤੋਂ ਸਿਰੇ ਤੱਕ ਆਪਾਂ ਜੋੜ ਕੇ ਵੇਖਣ ਦੀ ਕੋਸ਼ਿਸ਼ ਕਰੀਏ ਤਾਂ ਮਾਮਲਾ ਬਹੁਤ ਸਪਸ਼ਟ ਹੈ। ਇਸ ਕਨਸਪੀਰੇਸੀ ਦੇ ਤਹਿਤ ਉਹ ਲੀਡਰਾਂ ਦੀ ਜਾਂ ਉਹ ਹਿੰਦੂ ਈਸਾਈ ਜਿਹੜੇ ਭਾਈਚਾਰੇ ਦੇ ਜਥੇਬੰਦੀਆਂ ਦੇ ਮੋਹਰੀ ਲੋਕ ਸਨ, ਉਹਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਐਸੀ ਅਪਰਾਧਿਕ ਸਾਜ਼ਿਸ਼ ਕੁਝ ਮਹੀਨਿਆਂ ਦੇ ਵਿੱਚ ਹੀ ਅੰਜਾਮ ਦਿੱਤੀ ਗਈ। ਉਸ ਨੂੰ ਬਿਲੀਵ ਕਰਨਾ ਜਾਂ ਨਾ ਕਰਨਾ ਇਹ ਸਾਡਾ ਤੇ ਤੁਹਾਡਾ ਕੰਮ ਨਹੀਂ ਹੈ। ਆਪਾਂ ਅਲੱਗ-ਅਲੱਗ ਵਿਚਾਰਧਾਰਾਵਾਂ ਦੇ ਚੱਲਦੇ, ਆਪਣੀ ਆਪਣੀ ਸੋਚ ਦੇ ਚੱਲਦੇ ਇਸ ਉੱਤੇ ਕਿੰਤੂ ਪਰੰਤੂ ਵੀ ਕਰ ਸਕਦੇ ਹਾਂ। ਇੱਕ ਬਹੁਤ ਵੱਡੀ ਜਿਹੜੀ ਦੁਨੀਆ ਭਰ ਦੇ ਵਿੱਚ ਇੱਕ ਮੂਵਮੈਂਟ ਚੱਲੀ ਹੈ ਫ੍ਰੀ ਜੱਗੀ ਜੌਹਲ, ਇੱਕ ਪੂਰੀ ਪ੍ਰੋਪਰ ਮੂਵਮੈਂਟ ਜੋ ਕਿ ਸੋਸ਼ਲ ਮੀਡੀਆ, ਇੰਟਰਨੈਟ ਤੇ ਹਰ ਮਾਧਿਅਮ ਤੋਂ ਜਿਸਨੇ ਕਿ ਬਹੁਤ ਜ਼ਿਆਦਾ ਲੈਵਲ ਉੱਤੇ ਅਵੇਅਰਨੈਸ ਤੇ ਮੋਬਿਲਾਈਜੇਸ਼ਨ ਵੀ ਕੀਤੀ ਹੈ। ਈਵਨ ਐਮਬੈਸੀਜ਼ ਤੱਕ, UK ਐਮਬੈਸੀਜ਼ ਤੱਕ ਵੀ ਬਹੁਤ ਜ਼ਿਆਦਾ ਦਬਾਅ ਬਣਿਆ ਹੈ। UK ਦੀ ਪਾਰਲੀਮੈਂਟ ਦੇ ਵਿੱਚ ਅਲੱਗ-ਅਲੱਗ ਸੰਸਦਾਂ ਵੱਲੋਂ, ਮੈਂਬਰ ਪਾਰਲੀਮੈਂਟਸ ਵੱਲੋਂ ਇਹ ਮੁੱਦੇ ਨੂੰ ਚੁੱਕਿਆ ਵੀ ਗਿਆ ਹੈ, ਲੇਕਿਨ ਤੱਥ ਇਹ ਹੈਗੇ ਨੇ ਵੀ 1500 ਦਿਨ ਤੋਂ ਵੱਧ ਜੱਗੀ ਜੌਹਲ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਬੇਲ ਨਹੀਂ ਮਿਲ ਪਾਈ ਹੈ। ਇਹਦਾ ਇੱਕ ਹੋਰ ਵੱਡਾ ਕਾਰਨ ਵੀ ਹੈ ਕਿਉਂਕਿ NIA ਤੇ ਜਿਹੜੀ ਤਫਤੀਸ਼ ਏਜੰਸੀਆਂ ਸਨ, ਉਹਨਾਂ ਨੇ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਅਲੱਗ-ਅਲੱਗ ਸਮਾਂ ਲਿਆ, ਕਿਉਂਕਿ ਇੱਕ ਕੇਸ ਦੇ ਵਿੱਚ ਤਕਰੀਬਨ 60 ਤੋਂ ਲੈ ਕੇ 90 ਦਿਨ ਦਾ ਸਮਾਂ ਹੁੰਦਾ ਹੈ ਚਲਾਨ ਫਾਈਲ ਕਰਨ ਦਾ ਜਾਂ ਚਾਰਜਸ਼ੀਟ ਫਾਈਲ ਕਰਨ ਦਾ। ਅਲੱਗ-ਅਲੱਗ ਕੇਸਿਸ ਦੇ ਵਿੱਚ ਜਿਹੜੇ ਉਹਨਾਂ ਨੇ ਮੁਕੱਦਮੇ ਅਲੱਗ-ਅਲੱਗ ਰਜਿਸਟਰ ਕੀਤੇ, ਕਿਉਂਕਿ 7 ਅਲੱਗ-ਅਲੱਗ ਕੇਸਿਸ ਸਨ। ਉਹਨਾਂ ਕੇਸਿਸ ਦੇ ਵਿੱਚ ਉਹਨਾਂ ਨੇ ਇਸ ਬੇਸ ਉੱਤੇ ਵੀ ਕਾਫੀ ਡਿਲੇ ਕੀਤਾ, ਜਿਸ ਕਾਰਨ ਬਹੁਤ ਸੇ ਮਹੀਨੇ ਤੇ ਸਾਲ ਜਿਹੜੇ ਜੱਗੀ ਜੌਹਲ ਨੂੰ ਜੇਲ੍ਹ ਦੇ ਵਿੱਚ ਰੱਖੇ ਜਾਣ ਦੇ ਵਿੱਚ ਏਜੰਸੀਆਂ ਕਾਮਯਾਬ ਵੀ ਹੋਈਆਂ ਨੇ। ਬਹਰਹਾਲ ਇਸ ਵਕਤ ਪੋਜੀਸ਼ਨ ਇਹ ਹੈ ਵੀ ਜੱਗੀ ਜੌਹਲ ਤੇ ਉਸਦੇ ਬਹੁਤ ਸੇ ਲੋਕ ਜੋ ਕਿ ਇਸ ਕੇਸ ਦੇ ਵਿੱਚ ਮੁਲਜ਼ਮ ਹੈਗੇ ਨੇ ਉਹ ਦਿੱਲੀ ਦੀ ਜੇਲ੍ਹ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਨੇ। ਬਹੁਤ ਸੇ ਮੁਕੱਦਮੇ, ਤਕਰੀਬਨ 5 ਐਸੇ ਮੁਕੱਦਮੇ ਜਿਹੜੇ 7 ਵਿੱਚੋਂ ਹੈਗੇ ਨੇ, ਉਹਨਾਂ ਨੂੰ ਵੀ ਦਿੱਲੀ ਦੇ ਵਿੱਚ ਤਬਦੀਲ ਕਰਤਾ ਗਿਆ। ਉੱਥੇ NIA ਜਿਹੜੀਆਂ ਕੋਰਟਸ ਹੈਗੀਆਂ ਨੇ, ਜੋ ਕਿ ਪਹਿਲਾਂ ਮੋਹਾਲੀ ਦੀ NIA ਕੋਰਟ ਸੁਣਵਾਈ ਕਰਿਆ ਕਰਦੀ ਸੀ, ਜਿਹਦੇ ਕੋਲ ਹੁਣ ਸਿਰਫ 2 ਕੇਸ ਰਹਿ ਗਏ ਨੇ, 5 ਕੇਸ ਦਿੱਲੀ NIA ਕੋਰਟ ਦੇ ਵਿੱਚ ਜਾ ਚੁੱਕੇ ਨੇ। ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਸੇ ਸਵਾਲ ਹੈਗੇ ਨੇ, ਬਹੁਤ ਸੇ ਲੂਜ਼ ਲਿੰਕਸ ਹੈਗੇ ਨੇ, ਜਿਨ੍ਹਾਂ ਨੂੰ ਕਿ ਕਿਤੇ ਨਾ ਕਿਤੇ ਪ੍ਰੋਸੀਕਿਊਸ਼ਨ ਨੂੰ ਮਜ਼ਬੂਤੀ ਦੇ ਨਾਲ ਅਦਾਲਤਾਂ ਦੇ ਸਾਹਮਣੇ ਰੱਖਣਾ ਪਏਗਾ ਜੇ ਉਹਨਾਂ ਨੇ ਆਪਣੇ ਇਹਨਾਂ ਇਲਜ਼ਾਮਾਂ ਨੂੰ ਸਹੀ ਸਾਬਤ ਕਰਨਾ ਹੈ। ਇੱਥੇ ਬਚਾਅ ਪੱਖ ਦੀਆਂ ਕੁਝ ਦਲੀਲਾਂ ਤੇ ਕੁਝ ਜਿਹੜੀਆਂ ਤਕਰੀਰਾਂ ਦਿੱਤੀਆਂ ਗਈਆਂ ਨੇ ਉਹਨਾਂ ਉੱਤੇ ਗੌਰ ਕਰਨਾ ਕਾਫੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕਿਤੇ ਨਾ ਕਿਤੇ ਬਚਾਅ ਪੱਖ ਦੀ ਗੱਲਾਂ ਦੇ ਵਿੱਚ ਜਿਹੜੇ ਵੀ ਮੈਰਿਟ ਜਾਂ ਗੁਣਵੱਤਾ ਹੈਗੀ ਹੈ ਉਸ ਦਾ ਆਧਾਰ ਕੁਝ ਐਸੀਆਂ ਗੱਲਾਂ ਬਾਤਾਂ ਨੇ, ਕੁਝ ਐਸੇ ਐਵੀਡੈਂਸਿਸ ਨੇ ਜਾਂ ਕੁਝ ਐਸੀ ਸੀਕੁਐਂਸ ਆਫ ਇਵੈਂਟਸ ਹੈਗੇ ਨੇ ਜੋ ਕਿ ਸੋਚਣ ਲਈ ਮਜਬੂਰ ਕਰਦੇ ਨੇ। ਇਸ ਪੂਰੀ NIA ਦੀ ਇਨਵੈਸਟੀਗੇਸ਼ਨ ਅਤੇ ਥਿਊਰੀ ਉੱਤੇ ਸਵਾਲ ਵੀ ਚੁੱਕਦੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਇਸ ਕੌਮਾਂਤਰੀ ਪੱਧਰ ਦੀ ਜਿਹੜੀ ਸਾਜ਼ਿਸ਼ ਹੈ ਜਾਂ ਜਿਸ ਤਰੀਕੇ ਨਾਲ NIA ਨੇ ਇਸ ਪੂਰੀ ਗੱਲਬਾਤ ਨੂੰ ਤਾਰਾਂ ਨੂੰ ਜੋੜਿਆ ਹੈ ਉਸ ਉੱਤੇ ਆਈਏ, ਇਹ ਜ਼ਿਕਰ ਕਰਦੀ ਹੈ ਵੀ ਇੱਕ ਹੋਰ ਐਸਾ ਕੇਸ ਸੀ ਜੋ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਬਾਜਾ ਖਾਨਾ ਦੇ ਵੀ ਕੇਸ ਸੀ, 302 307 ਦਾ ਕੇਸ ਸੀਗਾ, ਜਿਸ ਦੇ ਤਹਿਤ ਕਿ ਇੱਕ ਤਫਤੀਸ਼ ਦੇ ਦੌਰਾਨ ਇਹ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਹੀ ਲਾਡੀ ਦੀ ਜਿਹੜੀ ਭੂਮਿਕਾ ਸੀ ਉਹ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਜਿੰਮੀ ਜੌਹਲ ਦਾ ਲੁਕਆਊਟ ਸਰਕੂਲਰ ਨੋਟਿਸ ਜਾਰੀ ਹੋਇਆ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਗਤਾਰ ਸਿੰਘ ਜੱਗੀ ਜੌਹਲ ਤੇ ਫਿਰ ਹੋਰ ਸਾਰੀਆਂ ਲੜੀਏ ਦੇ ਵਿੱਚ ਜਿਹੜੀ ਗ੍ਰਿਫਤਾਰੀਆਂ ਹੋਈਆਂ ਤੇ ਇਹ ਕੇਸ ਤਿਆਰ ਹੋਇਆ। ਲੇਕਿਨ ਇਹ ਦੱਸਦੇ ਵੀ ਬਾਜਾਖਾਨਾ ਪੁਲਿਸ ਨੇ ਜਦੋਂ ਇਹ ਕੇਸ ਬਾਗਾ ਪੁਰਾਣਾ ਦੇ ਵਿੱਚ ਰਜਿਸਟਰ ਹੋ ਗਿਆ ਤਾਂ ਬਦੋਬਦੀ ਇੱਕ ਹੋਰ ਕੇਸ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬਾਜਾਖਾਨਾ ਪੁਲਿਸ ਨੇ ਵੀ ਇੱਕ UAPA ਦਾ ਕੇਸ ਹੈ ਉਹ ਤਿਆਰ ਕਰ ਲਿਆ, ਜਿਹਦਾ ਕਿ ਕੋਈ ਆਧਾਰ ਨਹੀਂ ਸੀ। ਸੋ ਤਕਰੀਬਨ ਜੋ ਬਾਗਾ ਪੁਰਾਣਾ ਦਾ ਕੇਸ ਸੀ ਉਸੇ ਤਰਜ਼ ਉੱਤੇ
ਬਾਜਾਖਾਨਾ ਯਾਨੀ ਕਿ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਨੇ ਵੀ ਕੇਸ ਤਿਆਰ ਕਰ ਲਿਆ ਸੀ, ਜਿਸ ਵਿੱਚ ਕਿ ਬਾਅਦ ਦੇ ਵਿੱਚ ਰਾਹਤਾਂ ਮਿਲੀਆਂ। ਇਸੇ ਕੇਸ ਦੇ ਵਿੱਚ ਸਾਰੇ ਲੋਕਾਂ ਨੂੰ ਡਿਸਚਾਰਜ ਕਰਤਾ ਗਿਆ। ਇਹ ਕੇਸ ਇੱਕ ਐਸਾ ਕੇਸ ਸੀਗਾ ਜਿਸ ਵਿੱਚ ਕਿ ਮੰਨਿਆ ਗਿਆ ਸੀ ਵੀ ਬਾਗਾ ਪੁਰਾਣਾ ਦੀ ਹੀ ਤਰਜ਼ ਉੱਤੇ ਹੂਬ ਇੱਕ ਪੈਰਲਲ ਕੇਸ ਤਿਆਰ ਕਰਤਾ ਗਿਆ, ਜਦੋਂ ਕਿ ਦੋ ਕੇਸ ਯਾਨੀ ਕਿ ਇੱਕ ਮੁਲਜ਼ਮ ਨੂੰ ਦੋ ਅਲੱਗ-ਅਲੱਗ ਕੇਸਾਂ ਦੇ ਵਿੱਚ ਤਾਂ ਟਰਾਈ ਕੀਤਾ ਜਾ ਸਕਦਾ ਹੈ, ਲੇਕਿਨ ਇੱਕ ਹੀ ਕੇਸ ਜਾਂ ਇੱਕ ਹੀ ਰੂਪਰੇਖਾ ਦੇ ਜਿਹੜੇ ਕੇਸਿਸ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਟ੍ਰਾਇਲ ਨਹੀਂ ਚੱਲ ਸਕਦਾ, ਨਾ ਹੀ ਉਹ ਕੇਸ ਖੜਾ ਹੋ ਸਕਦਾ ਸੀ। ਬਾਅਦ ਦੇ ਵਿੱਚ ਅਦਾਲਤ ਨੇ ਉਸ ਕੇਸ ਦੇ ਵਿੱਚ ਸਾਰੇ ਜਿਹੜੇ ਮੁਲਜ਼ਮ ਸਨ, ਜਿਸ ਦੇ ਵਿੱਚ ਜਗਤਾਰ ਸਿੰਘ ਜੱਗੀ ਜੌਹਲ ਨੂੰ ਵੀ ਹੁਣ ਮੁਲਜ਼ਮ ਬਣਾਤਾ ਗਿਆ ਸੀਗਾ, ਹਾਲਾਂਕਿ ਉਸਦਾ ਉਸ ਕੇਸ ਦੇ ਨਾਲ ਬਾਜਾਖਾਨਾ ਤੱਕ ਕੁਝ ਲੈਣਾ ਦੇਣਾ ਨਹੀਂ ਸੀ, ਲੇਕਿਨ ਉਸ ਕੇਸ ਦੇ ਵਿੱਚ ਸਾਰੇ ਮੁਲਜ਼ਮਾਂ ਨੂੰ ਡਿਸਚਾਰਜ ਕੀਤਾ ਗਿਆ ਤੇ ਬਾਅਦ ਦੇ ਵਿੱਚ ਤਲਜੀਤ ਜਿੰਮੀ ਹੈ ਉਸ ਨੂੰ ਇਸ ਕੇਸ ਦੇ ਵਿੱਚ ਬੇਲ ਵੀ ਨਹੀਂ ਮਿਲੀ ਤੇ ਉਹ ਸੰਗਰੂਰ ਦੀ ਜੇਲ੍ਹ ਤੋਂ ਰਿਹਾ ਵੀ ਹੋਇਆ। ਸੋ ਇਹ ਇੱਕ ਐਸਾ ਕੇਸ ਸੀ ਜਿਸ ਨੇ ਕਿ ਕਾਫੀ ਮਜ਼ਬੂਤੀ ਤੇ ਬਚਾਅ ਪੱਖ ਨੂੰ ਇੱਕ ਆਧਾਰ ਪ੍ਰਦਾਨ ਕੀਤਾ, ਜਿਸ ਤੋਂ ਬਾਅਦ ਕਿ ਉਹਨਾਂ ਦੇ ਹੌਸਲੇ ਹੋਰ ਵੀ ਬੁਲੰਦ ਹੋਏ। ਬਚਾਅ ਪੱਖ ਦੀ ਤਕਰੀਰ ਇਹ ਵੀ ਰਹੀ ਹੈਗੀ ਹੈ ਵੀ ਜਿਸ ਤਰੀਕੇ ਨਾਲ ਇਹ ਬਾਗਾ ਪੁਰਾਣਾ ਦੇ ਕੇਸ ਦੇ ਉੱਤੇ ਪੈਰਲਲ ਬਣਿਆ, ਬਾਜੇਖਾਨੇ ਦਾ ਕੇਸ ਨਹੀਂ ਟਿਕਿਆ, ਉਸ ਦੇ ਵਿੱਚ ਜੱਗੀ ਜੌਹਲ ਤੇ ਹੋਰ ਲੋਕਾਂ ਨੂੰ ਡਿਸਚਾਰਜ ਕਰਤਾ, ਕੋਰਟ ਨੇ ਉਹਨਾਂ ਨੂੰ ਦੋਸ਼ ਮੁਕਤ ਕਰਤਾ। ਉਸੇ ਤਰੀਕੇ ਨਾਲ ਹੋਰ ਵੀ ਕੇਸ ਜਿਹੜੇ ਹੈਗੇ ਨੇ ਉਹਨਾਂ ਵਿੱਚ ਉਹਨਾਂ ਦਾ ਦੋਸ਼ ਮੁਕਤ ਹੋਣਾ ਬਹੁਤ ਸੌਖਾ ਹੋਏਗਾ। ਹਾਲਾਂਕਿ ਇਹਦੇ ਵਿੱਚ ਇਸ ਤਕਰੀਰ ਦੇ ਵਿੱਚ ਮੈਂ ਦਮ ਇਸ ਵਾਸਤੇ ਜ਼ਿਆਦਾ ਨਹੀਂ ਮੰਨ ਸਕਦਾ ਕਿਉਂਕਿ ਜਿਹੜੇ ਹੋਰ ਅਲੱਗ-ਅਲੱਗ ਮਾਮਲੇ ਹੈਗੇ ਨੇ ਉਹ ਅਲੱਗ-ਅਲੱਗ ਵਾਰਦਾਤਾਂ ਤੇ ਘਟਨਾਵਾਂ ਹੈਗੀਆਂ ਨੇ, ਜਿਨ੍ਹਾਂ ਦੀ ਸਭ ਦੀ ਮੈਰਿਟਸ ਅਲੱਗ-ਅਲੱਗ ਹੈਗੀਆਂ ਨੇ। ਬਾਜਾਖਾਨਾ ਪੁਲਿਸ ਨੇ ਇਹ ਗਲਤੀ ਕੀਤੀ ਸੀ, ਬਾਗਾ ਪੁਰਾਣਾ ਦੇ ਮੁਕੱਦਮੇ ਨੂੰ ਦੇਖ ਕੇ ਉਹਨਾਂ ਨੇ ਲੱਗਿਆ ਵੀ ਇਸੇ ਤਰੀਕੇ ਦਾ ਇੱਕ ਹੋਰ ਕੇਸ ਜਿਹੜਾ ਹੈ ਉਹ ਮੜਤਾ ਜਾਵੇ ਤਾਂ ਕਿ ਜੇਲ੍ਹ ਦੇ ਵਿੱਚ ਲੰਮਾ ਸਮਾਂ ਜਿਹੜੀ ਇਨਕਾਰਸਰੇਸ਼ਨ ਹੈ ਜੱਗੀ ਜੌਹਲ ਤੇ ਹੋਰ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਦੀ ਸੰਭਵ ਹੋ ਪਾਏ। ਸੋ ਇੱਕ ਲੜੀ ਦੇ ਤਹਿਤ ਵੀ ਜਿਹੜੇ ਕੇਸਾਂ ਨੂੰ ਇੱਕ ਤੋਂ ਬਾਅਦ ਇੱਕ ਦਰਜ ਕਰਨ ਦਾ ਜਿਹੜਾ ਸਿਲਸਿਲਾ ਸੀ ਉਹ ਜਾਰੀ ਸੀ, ਜੋ ਕਿ ਕਾਰਜ ਪ੍ਰਣਾਲੀ ਉੱਤੇ ਬਹੁਤ ਵੱਡੇ ਸਵਾਲ ਵੀ ਖੜੇ ਕਰਦਾ ਹੈ। NIA ਦੀ ਕਾਰਜ ਪ੍ਰਣਾਲੀ ਉੱਤੇ ਵੀ ਇੱਕ ਸਵਾਲ ਖੜਾ ਹੁੰਦਾ ਹੈ। ਪੰਜਾਬ ਪੁਲਿਸ ਦੇ ਉੱਤੇ ਤਾਂ ਪਹਿਲਾਂ ਹੀ ਕਈ ਕਿਸਮ ਦੇ ਸਵਾਲ ਉੱਠਦੇ ਰਹੇ ਨੇ। ਇੱਕ ਦੂਸਰਾ ਹੋਰ ਪੱਖ ਇਸ ਪੂਰੇ ਘਟਨਾ ਦਾ ਇਹ ਹੈਗਾ ਵੀ ਜਿੰਨੇ ਵੀ ਜਿਹੜੇ ਬਿਆਨ ਹੈਗੇ ਨੇ ਪੂਰੇ ਕੇਸਿਸ ਦੇ ਵਿੱਚ ਐਵੀਡੈਂਸ ਹੈਗੇ ਨੇ, ਹਾਲਾਂਕਿ ਮੈਂ ਹਥਿਆਰਾਂ ਦੀ ਗੱਲ ਕੀਤੀ ਵੀ ਹੈ, ਕਿਸ ਤਰੀਕੇ ਨਾਲ ਵੈਪਨਸ ਦੀ ਵਰਤੋਂ ਹੋਈ, ਫੋਰੈਂਸਿਕ ਐਵੀਡੈਂਸ ਬਹੁਤ ਕੰਕਲੂਸਿਵ ਐਵੀਡੈਂਸ ਹੋ ਸਕਦਾ ਹੈ, ਲੇਕਿਨ ਜ਼ਿਆਦਾਤਰ ਜਿਹੜਾ NIA ਦਾ ਕੇਸ ਟਿਕਿਆ ਹੋਇਆ ਹੈ ਉਹ ਇਨਕਸ਼ਾਫ ਜਾਂ ਆਪਣੇ ਕਬੂਲਨਾਮਿਆਂ ਦੇ ਉੱਤੇ ਟਿਕਿਆ ਹੋਇਆ ਹੈ, ਜਿਸ ਦੀ ਕਿ ਐਵੀਡੈਂਸ ਐਕਟ ਦੇ ਮੁਤਾਬਿਕ ਕੋਈ ਜ਼ਿਆਦਾ ਭੂਮਿਕਾ ਨਹੀਂ ਹੁੰਦੀ ਕਿਉਂਕਿ ਜਿਹੜਾ ਵੀ ਪੁਲਿਸ ਕਸਟਡੀ ਦੇ ਵਿੱਚ ਦਿੱਤਾ ਗਿਆ ਬਿਆਨ ਹੁੰਦਾ ਉਸ ਨੂੰ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ। ਇੱਕ ਹੋਰ ਅਜਿਹੀ ਘਟਨਾ ਜਿਸ ਨੇ ਕਿ ਇਸ ਪੂਰੀ ਜਾਂਚ ਪੜਤਾਲ ਦੀ ਜਿਹੜੀ ਦਿਸ਼ਾ ਤੇ ਜਿਸ ਲੀਹ ਤੇ ਉੱਤੇ ਉਹ ਪੜਤਾਲ ਚੱਲਦੀ ਪਈ ਹੈ ਉਸ ਉੱਤੇ ਸਵਾਲ ਖੜੇ ਕੀਤੇ, ਉਹ ਸੀ 2018 ਜਨਵਰੀ 2018 ਦੀ ਘਟਨਾ। ਰਾਮਪਾਲ ਨਾਂ ਦਾ ਇੱਕ ਮੋਚੀ ਜਿਹੜਾ ਸੀ ਉਸਨੇ ਖੰਨੇ ਦੇ ਵਿੱਚ ਜਾ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਸੁਸਾਈਡ ਕਰ ਲਿਆ ਸੀ। ਰਾਮਪਾਲ ਇਹ ਮੋਚੀ ਸੀ ਜੋ ਕਿ ਚਸ਼ਮਦੀਦ ਮੰਨਿਆ ਗਿਆ ਸੀ, ਇਸ ਨੂੰ ਇੱਕ ਵਿਟਨੈਸ ਵੀ ਕੇਸਾਂ ਦੇ ਵਿੱਚ ਬਣਾਇਆ ਗਿਆ ਸੀ ਤੇ ਕਿਉਂਕਿ ਮੈਂ ਦੱਸ ਦਵਾਂ ਵੀ 2017 ਦਸੰਬਰ ਦੇ ਵਿੱਚ ਜਿਹੜੀ ਪੜਤਾਲ ਹੈ ਉਹ NIA ਨੂੰ ਤਬਦੀਲ ਹੋਈ ਸੀ। ਅਸੀਂ ਉਸ ਤੋਂ ਪਹਿਲਾਂ ਬਾਗਾ ਪੁਰਾਣਾ ਪੁਲਿਸ ਦੀ ਤਫਤੀਸ਼ ਦੀ ਗੱਲ ਕੀਤੀ ਹੈ, ਅਸੀਂ ਸਪੈਸ਼ਲ ਆਪਰੇਸ਼ਨ ਸੈੱਲ ਕੋਲੇ ਕੇਸ ਗਿਆ ਤੇ ਬਾਅਦ ਦੇ ਵਿੱਚ NIA ਕੋਲ ਇਹ ਜਿਹੜਾ ਪੂਰਾ ਮੁਕੱਦਮਾ ਦਸੰਬਰ 2017 ਦੇ ਵਿੱਚ ਟ੍ਰਾਂਸਫਰ ਹੋ ਗਿਆ। ਲੇਕਿਨ ਜਨਵਰੀ 2018 ਦੇ ਵਿੱਚ ਜਾ ਕੇ ਰਾਮਪਾਲ ਨਾਂ ਦਾ ਇਹ ਜਿਹੜਾ ਮੇਨ ਵਿਟਨੈਸ ਹੁੰਦਾ ਹੈ ਜੋ ਕਿ ਮੋਚੀ ਦਾ ਕੰਮ ਕਰਦਾ ਹੁੰਦਾ ਤੇ ਦੁਰਗਾ ਦਾਸ ਮਰਡਰ ਕੇਸ ਦੇ ਵਿੱਚ ਇਸਨੇ ਕਥਿਤ ਤਰੀਕੇ ਨਾਲ ਇਹ ਗੱਲਬਾਤ ਜਿਹੜੀ ਪੁਲਿਸ ਤਫਤੀਸ਼ ਦੇ ਦੌਰਾਨ ਦਰਜ ਕੀਤੀ ਗਈ ਹੁੰਦੀ ਹੈ ਵੀ ਇਸਨੇ ਉਸ ਹੱਤਿਆਕਾਂਡ ਨੂੰ ਦੇਖਿਆ ਤੇ ਇਹ ਉਹ ਸ਼ਨਾਖਤ ਕਰਵਾ ਸਕਦਾ ਹੈ। ਸੋ ਇਹ ਰਾਮਪਾਲ ਨਾਂ ਦਾ ਜਿਹੜਾ ਮੋਚੀ ਹੈ ਜਾਂ ਜਿਹੜਾ ਸ਼ਖਸ ਹੁੰਦਾ ਹੈ ਇਹ ਜਾ ਕੇ ਨਹਿਰ 'ਚ ਕੁੱਦ ਕੇ ਛਾਲ ਮਾਰ ਦਿੰਦਾ ਹੈ ਤੇ ਇਸ ਤਰੀਕੇ ਦੀ ਗੱਲਾਂ ਬਾਤਾਂ ਵੀ ਸਾਹਮਣੇ ਆਉਂਦੀਆਂ ਨੇ ਜਾਂ ਇਲਜ਼ਾਮ ਸਾਹਮਣੇ ਆਉਂਦੇ ਨੇ ਵੀ ਇਸਨੇ ਪੁਲਿਸ ਤੋਂ ਤੰਗ ਆ ਕੇ ਇਹ ਖੁਦਕੁਸ਼ੀ ਕੀਤੀ। ਸਵਾਲ ਹੀ ਪੈਦਾ ਹੁੰਦਾ ਵੀ NIA ਨੇ ਇਸ ਤੇ ਬਿਆਨ ਦਰਜ ਕਰਨੇ ਹੁੰਦੇ ਨੇ ਕਿਉਂਕਿ ਮਾਮਲਾ ਬਹੁਤ ਮਹੀਨਿਆਂ ਤੱਕ ਇਹ ਆਪਾਂ ਕਹਿ ਸਕਦੇ ਵੀ ਨਵੰਬਰ ਦਾ ਪੂਰਾ ਮਹੀਨਾ ਇਸ ਦੀ ਤਫਤੀਸ਼ ਹੈ। ਜਿਹੜੀ ਕੜੀਆਂ ਜੋੜੀਆਂ ਸੀਗੀਆਂ ਉਹ ਮੋਗਾ ਪੁਲਿਸ ਨੇ ਜੋੜੀਆਂ ਸੀ। ਬਾਅਦ ਦੇ ਵਿੱਚ ਇਹ ਮਾਮਲੇ ਦੇ ਵਿੱਚ ਕੁਝ ਪੁੱਛਗਿੱਛ ਜਿਹੜੀ ਸੀ ਉਹ ਖੰਨਾ ਵਿੱਚ ਵੀ ਹੋਈ, ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਹੋਈ ਤੇ ਸਪੈਸ਼ਲ ਆਪਰੇਸ਼ਨ ਸੈੱਲ ਕੋਲ ਵੀ ਹੋਈ। ਲੇਕਿਨ ਜਦੋਂ ਕੇਸ NIA ਕੋਲ ਆਉਂਦਾ ਹੈ ਤਾਂ NIA ਆਪਣੇ ਪੱਧਰ ਤੇ ਇਸ ਵਿਟਨੈਸ ਨੂੰ ਐਗਜ਼ਾਮਿਨ ਕਰਨ ਲਈ ਉਸਨੇ ਇਸ ਕੋਲ ਜਾਣਾ ਹੁੰਦਾ ਹੈ ਜਾਂ ਇਸਨੇ NIA ਦੇ ਦਫ਼ਤਰ ਵਿੱਚ ਜਾ ਕੇ ਆਪਣੀ ਗਵਾਹੀ ਦੇਣੀ ਹੁੰਦੀ ਹੈ, ਉਹ ਚੀਜ਼ਾਂ ਨੂੰ ਕੋਰੋਬੋਰੇਟ ਕਰਨਾ ਹੁੰਦਾ ਹੈ। ਲੇਕਿਨ ਉਸ ਤੋਂ ਪਹਿਲਾਂ ਹੀ ਇਹ ਸ਼ਖਸ ਦੁਖੀ ਹੋ ਕੇ ਨਹਿਰ ਵਿੱਚ ਕੁੱਦ ਕੇ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦਾ ਹੈ। ਸੋ ਇਹ ਘਟਨਾ ਇੱਕ ਹੋਰ ਬੜਾ ਵੱਡਾ ਸਵਾਲ ਖੜਾ ਕਰਦੀ ਹੈ ਕਿ ਜਿਹੜੇ ਇਸ ਮਾਮਲੇ ਦੇ ਵਿਟਨੈਸ ਦੱਸੇ ਗਏ, ਚਸ਼ਮਦੀਦ ਦੱਸੇ ਗਏ, ਕਿ ਉਹਨਾਂ ਤੋਂ ਕੋਈ ਐਸੇ ਬਿਆਨ ਲੈਣਾ ਚਾਹੁੰਦੀ ਸੀ ਪੁਲਿਸ ਜਾਂ ਜਾਂਚ ਏਜੰਸੀਆਂ ਜੋ ਕਿ ਉਹ ਦੇਣਾ ਨਹੀਂ ਸਨ ਚਾਹੁੰਦੇ। ਇੱਕ ਬਹੁਤ ਵੱਡੀ ਗੱਲਬਾਤ ਸੀ, ਇੱਕ ਬਹੁਤ ਵੱਡੀ ਘਟਨਾ ਸੀ ਤੇ ਇਸ ਨੂੰ ਵੀ ਕਿਸੇ ਤਰੀਕੇ ਨਾਲ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੋ ਪਿੰਚ ਆਫ ਸਾਲਟ ਦੇ ਨਾਲ ਸਾਨੂੰ ਇਹ ਬਾਜਾਖਾਨਾ ਦੀ ਜਿਹੜੀ ਕਹਾਣੀ ਸੀ ਜਿਸ ਵਿੱਚ ਕਿ ਡਿਸਚਾਰਜ ਕੀਤਾ ਗਿਆ ਜਾਂ ਫਿਰ ਇੱਕ ਖੰਨਾ ਦੀ ਘਟਨਾ ਸੀ ਜਿਸ ਵਿੱਚ ਕਿ ਇੱਕ ਅਹਿਮ ਜਿਹੜਾ ਚਸ਼ਮਦੀਦ ਸੀ ਉਸਨੇ ਖੁਦਕੁਸ਼ੀ ਕਰ ਲਈ, ਇਸ ਨੂੰ ਲੈਣਾ ਪੈਣਾ ਹੈ। ਇੱਕ ਹੋਰ ਐਸੀ ਘਟਨਾ ਹੈ ਜੋ ਕਿ ਇਸ ਪੂਰੇ ਕੇਸ ਦੇ ਨਾਲ ਜੁੜਦੀ ਹੈ, ਉਸ ਨੂੰ ਕਈ ਮੌਕਿਆਂ ਦੇ ਉੱਤੇ ਜੋੜਨ ਦੀ ਕੋਸ਼ਿਸ਼ ਵੀ ਇਹਨਾਂ ਟਾਰਗੇਟਡ ਕਿਲਿੰਗਸ ਦੇ ਨਾਲ ਕੀਤੀ ਗਈ। ਉਹ ਸੀ ਇੱਕ ਹਿੰਦੂ ਜਥੇਬੰਦੀ ਦੇ ਲੀਡਰ ਅਮਿਤ ਅਰੋੜਾ ਦੇ ਉੱਤੇ ਹੋਇਆ ਜਾਨਲੇਵਾ ਹਮਲਾ। ਇੱਕ ਕਥਿਤ ਜਾਨਲੇਵਾ ਹਮਲਾ ਸੀ ਜੋ ਕਿ ਫਰਵਰੀ 2016 ਦੇ ਵਿੱਚ ਹੋਇਆ ਸੀ। ਕਿਉਂਕਿ ਮੈਂ ਜਿਹੜੇ ਟਾਰਗੇਟਡ ਕਿਲਿੰਗਸ ਦੇ ਕੇਸਿਸ ਦੀ ਜਿਹੜੀ ਜਾਂਚ ਹੈਗੀ ਹੈ ਜਾਂ ਉਸ ਦੀ ਜਿਹੜੀ ਸੀਕੁਐਂਸ ਹੈ ਉਸ ਨੂੰ ਅਪ੍ਰੈਲ 2000
16 ਤੋਂ ਸ਼ੁਰੂ ਕੀਤਾ ਸੀ ਤੇ ਮੈਂ 7 ਕੇਸ ਦੱਸੇ ਸੀ, ਲੇਕਿਨ ਉਸ ਤੋਂ 2 ਮਹੀਨੇ ਪਹਿਲਾਂ ਫਰਵਰੀ ਦੇ ਵਿੱਚ ਵੀ ਕੇਸ ਹੋਇਆ ਸੀ ਅਮਿਤ ਅਰੋੜਾ ਦਾ, ਉਹ ਕੇਸ ਸੀ। ਬਾਅਦ ਦੇ ਵਿੱਚ NIA ਨੇ ਇਸ ਕੇਸ ਨੂੰ ਵੀ ਟਾਰਗੇਟਡ ਕਿਲਿੰਗਸ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਇਹ ਬਣਾਇਆ ਵੀ ਗਿਆ, ਲੇਕਿਨ ਬਾਅਦ ਦੇ ਵਿੱਚ ਇਸ ਦੇ ਵਿੱਚ ਇੱਕ ਹੋਰ ਜਾਂਚ ਜਿਹੜੀ ਪੰਜਾਬ ਪੁਲਿਸ ਨੇ ਕਿਸੇ ਹੋਰ ਸਮੇਂ ਤੇ ਕੀਤੀ ਸੀ, ਕਿਉਂਕਿ ਉਸ ਵਕਤ ਸ਼ਿਵ ਸੈਨਾ ਤੇ ਹਿੰਦੂ ਜਥੇਬੰਦੀਆਂ ਦੇ ਲੀਡਰਾਂ ਵੱਲੋਂ ਆਪਣੇ ਉੱਤੇ ਫਰਜ਼ੀ ਜਾਂ ਝੂਠੇ ਹਮਲੇ ਕਰਵਾ ਕੇ ਸਿਕਿਉਰਿਟੀਆਂ ਲੈਣ ਦਾ ਇੱਕ ਦੌਰ ਜਿਹੜਾ ਚੱਲਿਆ ਸੀ ਤੇ ਕਈ ਐਸੇ ਖੁਲਾਸੇ ਹੋਏ ਸਨ। ਉਹਨਾਂ ਖੁਲਾਸਿਆਂ ਦੇ ਤਹਿਤ ਹੀ ਇਹ ਜਿਹੜਾ ਕੇਸ ਸੀ ਅਰੋੜਾ ਦਾ ਉਹ ਵੀ ਸਾਹਮਣੇ ਆਇਆ ਸੀ। ਸੋ ਇਹ ਅਰੋੜਾ ਦਾ ਉਹ ਜਾਨਲੇਵਾ ਹਮਲੇ ਦਾ ਕੇਸ ਜੋ ਕਿ ਪਹਿਲਾਂ ਕੀ ਟਾਰਗੇਟਡ ਕਿਲਿੰਗਸ ਦੇ ਨਾਲ ਜੋੜ ਕੇ ਵੇਖਿਆ ਜਾਣਾ ਸ਼ੁਰੂ ਕੀਤਾ, ਬਹੁਤ ਹੀ ਕਨਵੀਨੀਐਂਟਲੀ ਲੱਗਾ ਵੀ ਇੱਕ ਹੋਰ ਐਸਾ ਮਾਮਲਾ ਮਿਲ ਰਿਹਾ ਹੈ ਜਿਸ ਨੂੰ ਕਿ ਟਾਰਗੇਟਡ ਕਿਲਿੰਗਸ ਦੇ ਹੀ ਫਾਰਮੂਲੇ ਦੇ ਤਹਿਤ ਫਿੱਟ ਕੀਤਾ ਜਾ ਸਕਦਾ ਹੈ। ਅਰੋੜਾ ਦੇ ਕੇਸ ਨੂੰ ਵੀ ਬਾਅਦ ਦੇ ਵਿੱਚ ਇੱਕ ਟਾਰਗੇਟਡ ਕਿਲਿੰਗ ਦਾ ਕੇਸ ਉਸ ਦੀ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਸ ਦੇ ਵਿੱਚ ਕੰਟਰਾਡਿਕਸ਼ਨਸ ਬਹੁਤ ਆ ਚੁੱਕੀਆਂ ਸਨ। ਇੱਕ ਪਾਸੇ ਪੰਜਾਬ ਪੁਲਿਸ ਦੀ ਆਪਣੀ ਤਫਤੀਸ਼ ਸੀ ਜੋ ਕਿ ਉਸ ਕੇਸ ਨੂੰ ਜਾਂ ਉਸ ਹਮਲੇ ਨੂੰ ਜਾਂ ਉਸ ਤੋਂ ਬਾਅਦ ਕੁਝ ਐਸੇ ਹਮਲਿਆਂ ਦੀਆਂ ਫਰਜ਼ੀ ਹਮਲੇ ਕਰਵਾਏ ਜਾਣ ਦੀਆਂ ਕੋਸ਼ਿਸ਼ਾਂ ਨੂੰ ਬੇਨਕਾਬ ਕਰਦੇ ਸੀ। ਦੂਸਰੇ ਪਾਸੇ NIA ਉਸ ਕੇਸ ਨੂੰ ਇਹਨਾਂ ਹੀ ਟਾਰਗੇਟਡ ਕਿਲਿੰਗਸ ਦੇ ਕੇਸ ਦੇ ਵਿੱਚ ਫਿੱਟ ਕਰਨਾ ਚਾਹੁੰਦੀ ਸੀ। ਸੋ ਇਹ ਭੰਬਲ ਪੂਸਾ ਜਾ ਪਿਆ ਰਿਹਾ। ਸੋ ਲੈ ਦੇ ਕੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸੇ ਐਸੇ ਮਾਮਲੇ ਜਾਂ ਬਹੁਤ ਸੇ ਐਸੇ ਸੀਕੁਐਂਸ ਨਿਕਲੇ ਜੋ ਕਿ NIA ਤੇ ਪੁਲਿਸ ਦੀ ਥਿਉਰੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੰਟਰਾਡਿਕਟ ਕਰਦੇ ਸਨ। ਗਵਾਹਾਂ ਦੀ ਆਪਣੇ ਆਪ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਖੁਦਕੁਸ਼ੀ ਜਾਂ ਫਿਰ ਕੁਝ ਕੇਸਾਂ ਦੇ ਵਿੱਚ ਮੁਲਜ਼ਮਾਂ ਦਾ ਡਿਸਚਾਰਜ ਹੋਣਾ ਜਾਂ ਫਿਰ ਕੁਝ ਐਸੀ ਕੰਟਰਾਡਿਕਸ਼ਨਸ ਜੋ ਕਿ ਅਰੋੜਾ ਵਰਗੇ ਕੇਸਾਂ ਦੇ ਵਿੱਚ ਸਾਹਮਣੇ ਨਿਕਲੀਆਂ, ਉਹਨਾਂ ਨੇ ਸੰਸੇ ਬਹੁਤ ਵੱਡੇ ਖੜੇ ਕੀਤੇ ਤੇ ਬਚਾਅ ਪੱਖ ਦੇ ਜਿਹਨੇ ਕਿ ਜ਼ਿਆਦਾ ਅਜੇ ਤੱਕ ਆਪਣੇ ਪੱਤੇ ਇਸ ਕੇਸ ਦੇ ਵਿੱਚ ਨਹੀਂ ਖੋਲੇ ਹੈਗੇ ਨੇ, ਉਹ ਜਿਹੜਾ ਬਚਾਅ ਪੱਖ ਹੈ ਕਾਫੀ ਹੱਦ ਤੱਕ ਇਹਨਾਂ ਕੰਟਰਾਡਿਕਸ਼ਨਸ ਉੱਤੇ ਇਹਨਾਂ ਜਿਹੜੀਆਂ ਤਰੁੱਟੀਆਂ ਹੈਗੀਆਂ ਉਹਨਾਂ ਉੱਤੇ ਰਿਲਾਈ ਕਰ ਰਿਹਾ ਹੈ, ਕਿਉਂਕਿ ਜਦੋਂ ਦਾ ਸਮਾਂ ਆਏਗਾ ਤੇ ਮੌਕਾ ਆਏਗਾ ਅਦਾਲਤ ਦੇ ਵਿੱਚ ਤਾਂ ਉਹ ਸਾਰੀ ਚੀਜ਼ਾਂ ਨੂੰ ਉਭਾਰੇਗਾ। ਬਹੁਤ ਸੀ ਚੀਜ਼ਾਂ ਐਸੀਆਂ ਨੇ ਜੋ ਕਿ ਬਚਾਅ ਪੱਖ ਫਿਲਹਾਲ ਆਪਣੇ ਪੱਤਿਆਂ ਨੂੰ ਕੀਪਿੰਗ देयर ਕਾਰਡਸ ਕੁਆਇਟ ਕਲੋਜ਼ ਟੂ देयर ਚੈਸਟ ਜਿਸ ਨੂੰ ਕਹਿੰਦੇ ਆ, ਆਪਣੇ ਬਹੁਤ ਨੇੜੇ ਆਪਣੇ ਪੱਤੇ ਖੋਲਣਾ ਨਹੀਂ ਚਾਹੁੰਦੇ ਵੀ ਕਿਸ ਤਰੀਕੇ ਦਾ ਡਿਫੈਂਸ ਉਹਨਾਂ ਨੇ ਤਿਆਰ ਕੀਤਾ ਹੈ। ਲੇਕਿਨ ਇਹ ਕੁਝ ਤਕਰੀਰਾਂ ਜਾਂ ਗੱਲਾਂ ਬਾਤਾਂ ਹੈਗੀਆਂ ਨੇ ਜੋ ਕਿ ਸਵਾਲ ਜਿਹੜੇ ਹੈਗੇ ਨੇ ਖੜੇ ਕਰਦੀਆਂ ਹੈਗੀਆਂ ਨੇ ਤੇ NIA ਦੀ ਤਫਤੀਸ਼ ਤੇ ਉਸ ਤੋਂ ਪਹਿਲਾਂ ਬਾਗਾ ਪੁਰਾਣਾ ਤੇ ਮੋਗਾ ਪੁਲਿਸ ਦੀ ਤਫਤੀਸ਼ ਉਸ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਕੇ ਆਉਂਦੀਆਂ ਨੇ। ਬਹਰਹਾਲ ਅਸੀਂ ਅੱਗੇ ਵਧਦੇ ਹਾਂ ਕਿਉਂਕਿ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਜੋ ਵੀ ਔਨ ਰਿਕਾਰਡ ਤਫਤੀਸ਼ ਹੈ ਉਸ ਨੂੰ ਜ਼ਿਆਦਾ ਆਧਾਰ ਬਣਾ ਕੇ ਸਾਰੀਆਂ ਰਿਪੋਰਟਸ ਜਿਹੜੀਆਂ ਫਿਲਹਾਲ ਤਿਆਰ ਕਰ ਰਹੇ ਹਾਂ, ਕਿਉਂਕਿ ਚੀਜ਼ਾਂ ਰਿਕਾਰਡ ਦੇ ਮੁਤਾਬਕ ਹੋਣੀਆਂ ਚਾਹੀਦੀਆਂ। ਇਹ ਉਹ ਰਿਕਾਰਡ ਨਹੀਂ ਹੈ ਜੋ ਕਿ ਪੁਲਿਸ ਦੀ ਕਹਾਣੀਆਂ ਹੈ, ਬਲਕਿ ਹੁਣ ਤਾਂ ਚਲਾਨ ਤੇ ਚਾਰਜਸ਼ੀਟ ਦੀ ਸ਼ਕਲਾਂ ਵਿੱਚ ਅਦਾਲਤਾਂ ਦੇ ਸਾਹਮਣੇ ਹੈ ਜਿਨ੍ਹਾਂ ਦੀ ਘੋਖ ਅਦਾਲਤਾਂ ਨੇ ਕਰਨੀ ਹੈ। ਸੋ ਸਹੀ ਗਲਤ ਅਦਾਲਤਾਂ ਤੈਅ ਕਰਨਗੀਆਂ, ਲੇਕਿਨ ਅਸੀਂ ਉਸ ਪੂਰੀ ਗੱਲਬਾਤ ਨੂੰ ਤੁਹਾਡੇ ਸਾਹਮਣੇ ਲਿਆਣਾ ਜ਼ਰੂਰ ਚਾਹੁੰਦੇ ਹਾਂ। ਸੋ ਉਸੇ ਤਹਿਤ ਆਪਾਂ ਅੱਗੇ ਚੱਲਦੇ ਹਾਂ ਤੇ ਗੱਲ ਕਰਦੇ ਹਾਂ ਉਸ ਕੌਮਾਂਤਰੀ ਪੱਧਰ ਦੀ ਸਾਜ਼ਿਸ਼ ਦੀ ਜੋ ਕਿ ਹੋ ਰਹੀ ਸੀ ਤੇ ਇਹ ਕੜੀਆਂ ਜਿਹੜੀਆਂ ਸੀ ਇੱਕ ਬਾਹਰਲੇ ਐਂਗਲ ਤੋਂ ਓਵਰਸੀਜ਼ ਐਂਗਲ ਵੀ ਇਸ ਦਾ ਬਹੁਤ ਮਜ਼ਬੂਤ ਸੀ ਕਿ ਜੇ ਅਸੀਂ ਇਸ ਪੂਰੀ ਤਫਤੀਸ਼ ਨੂੰ ਮੰਨੀਏ ਜਾਂ ਪ੍ਰੋਸੀਕਿਊਸ਼ਨ ਦੀ ਉਸ ਸਟੋਰੀ ਨੂੰ ਮੰਨੀਏ, ਉਸ ਕਹਾਣੀ ਨੂੰ ਮੰਨੀਏ ਜੋ ਕਿ ਚਲਾਨ ਤੇ ਚਾਰਜਸ਼ੀਟਾਂ ਦੇ ਵਿੱਚ ਸਾਹਮਣੇ ਨਜ਼ਰ ਆ ਰਹੀਆਂ ਹੈਗੀਆਂ ਨੇ, ਉਸ ਦੇ ਤਹਿਤ ਇਹ ਚੀਜ਼ ਬਹੁਤ ਸਮਝਣੀ ਜ਼ਰੂਰੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਸਾਜ਼ਿਸ਼ ਹੈ ਉਹ ਇਟਲੀ ਤੇ UK ਦੇ ਵਿੱਚੋਂ ਮੁੱਖ ਤੌਰ ਤੇ ਰਚੀ ਗਈ, ਕਿਉਂਕਿ ਇਹ ਮੰਨਿਆ ਜਾਂਦਾ ਹੈ ਵੀ ਜਿਹੜਾ ਵੀ ਪੈਸਾ ਉਹ ਚਾਹੇ ਦਲਜੀਤ ਜਿੰਮੀ ਨੇ ਭੇਜਿਆ ਹੋਵੇ ਆਪਣੇ ਅਲੱਗ-ਅਲੱਗ ਜਿਹੜੇ ਸੈਲਸ ਉਹਨਾਂ ਦੇ ਜਾਂ ਲੋਕ ਇੱਥੇ ਕੰਮ ਕਰ ਰਹੇ ਸਨ, ਜਾਂ ਫਿਰ ਜਗਤਾਰ ਸਿੰਘ ਜੱਗੀ ਜੌਹਲ ਨੇ ਉਹ ਪੈਸੇ ਜੋ ਕਿ ਉਹਨਾਂ ਦਾ ਪੱਖ ਕਹਿ ਰਹੇ ਵੀ ਉਹਨਾਂ ਨੇ ਕਦੀ ਇਸ ਕਿਸਮ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਨਹੀਂ ਦਿੱਤਾ, ਉਹਨਾਂ ਵੱਲੋਂ ਜੇ ਵੀ ਇਹ ਪੈਸਾ ਭੇਜਿਆ ਗਿਆ ਹੈ ਤਾਂ ਉਹ ਪੈਸਾ ਹਥਿਆਰ ਖਰੀਦਣ ਲਈ ਵਰਤਿਆ ਗਿਆ। ਰਮਨ ਕੈਨੇਡੀਅਨ ਵੱਲੋਂ ਇਹ ਇਨਕਸ਼ਾਫ ਕੀਤਾ ਗਿਆ ਸੀ ਵੀ 4 ਲੱਖ ਰੁਪਏ ਦੀ ਇੱਕ ਐਸੀ ਰਕਮ ਸੀ। ਉਹ ਕਿੰਨਾ ਕੁ ਆਪਣੇ ਇਸ ਬਿਆਨ ਤੇ ਖੜੇ ਰਹਿਣਗੇ ਇਹ ਸਮਾਂ ਹੀ ਦੱਸੇਗਾ ਤੇ ਅਦਾਲਤਾਂ ਦੇ ਵਿੱਚ ਜਦੋਂ ਪੂਰੇ ਮਾਮਲੇ ਦੇ ਵਿੱਚ ਬਚਾਅ ਪੱਖ ਨੂੰ ਆਪਣਾ ਹੱਕ ਜਾਂ ਆਪਣਾ ਜਿਹੜਾ ਪੱਖ ਰੱਖਣ ਦੀ ਇਜਾਜ਼ਤ ਮਿਲੇਗੀ ਉਸ ਦੇ ਵਿੱਚ ਇਸ ਨੂੰ ਡਿਫੈਂਡ ਵੀ ਕਰਨਗੇ ਤੇ ਉਸ ਪੂਰੇ ਗੱਲਬਾਤ ਜੋ ਕਿ ਪੁਲਿਸ ਕਸਟਡੀ ਦੇ ਵਿੱਚ ਲੈ ਗਏ ਬਿਆਨ ਹੈਗੇ ਨੇ ਉਸ ਤੋਂ ਮੁਨਕਰ ਵੀ ਅਕਸਰ ਡਿਫੈਂਸ ਹੋ ਜਾਇਆ ਕਰਦਾ ਹੈ। ਉਸ ਹਾਲਾਤ ਦੇ ਵਿੱਚ ਵੇਖਣਾ ਹੋਏਗਾ ਵੀ ਉਸ ਸਟੇਜ ਦੇ ਉੱਤੇ ਕੀ ਵਤੀਰਾ ਰਹਿੰਦਾ ਹੈ ਰਮਨ ਕੈਨੇਡੀਅਨ ਦਾ, ਹਰਦੀਪ ਸ਼ੇਰੇ ਹੋਣਾ ਦਾ, ਜਿਨ੍ਹਾਂ ਕਿ ਸਿੱਧੇ ਤਰੀਕੇ ਨਾਲ ਪੁਲਿਸ ਦੀ ਕਸਟਡੀ ਦੇ ਵਿੱਚ ਬਿਆਨ ਦਿੱਤੇ ਨੇ ਵੀ ਵਾਰਦਾਤਾਂ ਨੂੰ ਉਹਨਾਂ ਨੇ ਖੁਦ ਅੰਜਾਮ ਦਿੱਤਾ। ਲੇਕਿਨ 4 ਲੱਖ ਰੁਪਏ ਦੀ ਐਸੀ ਰਕਮ ਸੀ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀ ਉਹ ਰਮਨ ਕੈਨੇਡੀਅਨ ਉਹਨਾਂ ਨੂੰ ਹਾਸਲ ਹੋਈ। ਉਹ ਜਿਹੜਾ ਪੈਸਾ ਸੀ ਜਿੰਮੀ ਤੇ ਜਗਤਾਰ ਸਿੰਘ ਜੌਹਲ ਜਿੰਮੀ ਨੂੰ ਭੇਜਦਾ ਸੀ, ਜਿੰਮੀ ਅੱਗੇ ਉਹਨਾਂ ਨੂੰ ਹੋਰ ਲੋਕਾਂ ਨੂੰ ਭੇਜਦਾ ਸੀ। 4 ਲੱਖ ਰੁਪਏ ਦੀ ਉਹ ਜਿਹੜੀ ਬਰਾਮਦਗੀ ਹੋਈ ਜਾਂ 4 ਲੱਖ ਰੁਪਏ ਜੋ ਕਿ ਰਮਨ ਕੈਨੇਡੀਅਨ ਨੂੰ ਮਿਲਿਆ, ਉਸਨੇ ਬਾਅਦ ਦੇ ਵਿੱਚ ਧਰਮਿੰਦਰ ਗੁਗਨੀ ਨਾਂ ਦੇ ਗੈਂਗਸਟਰ ਜੋ ਕਿ ਜੇਲ੍ਹ ਦੇ ਵਿੱਚ ਸੀ ਤੇ ਉਸਦੇ ਹੀ ਲਾਗੇ ਦੇ ਪਿੰਡ ਦਾ ਰਹਿਣ ਵਾਲਾ ਸੀ, ਉਸਦੀ ਜਾਣ ਪਛਾਣ ਕੈਨੇਡੀਅਨ ਦੇ ਨਾਲ ਸੀ, ਗੁਗਨੀ ਦੇ ਜ਼ਰੀਏ ਉਹ ਪਿਸਤੌਲਾਂ ਤੇ ਉਹ ਜਿਹੜੇ ਅਸਲਾ ਸੀ ਉਸ ਨੂੰ ਯੂਪੀ ਅਤੇ ਬਿਹਾਰ ਤੋਂ ਮੰਗਾਇਆ। ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਸੇ ਐਸੇ ਲੋਕ ਸਨ, ਤਕਰੀਬਨ ਅੱਧਾ ਦਰਜਨ ਉਹ ਲੋਕ ਵੀ ਸਨ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਬੇਲਾਂ ਮਿਲੀਆਂ ਗਈਆਂ ਕਿਉਂਕਿ NIA ਸਮੇਂ ਤੇ ਚਲਾਨ ਦੇ ਵਿੱਚ ਜਾਂ ਚਾਰਜਸ਼ੀਟਾਂ ਦੇ ਵਿੱਚ ਉਹਨਾਂ ਦੇ ਨਾਂ ਸ਼ਾਮਲ ਨਹੀਂ ਕਰ ਪਾਈ। ਸੋ ਪਰਵੇਜ਼ ਮਲੂਕ ਤੇ ਪਹਾੜ ਸਿੰਘ ਨਾਂ ਦੇ ਤੋਂ 3 ਲੋਕ ਸਨ ਤੇ ਉਸ ਤੋਂ ਇਲਾਵਾ ਵੀ ਬਹੁਤ ਸੇ ਹੋਰ ਲੋਕ ਬਾਅਦ ਦੇ ਵਿੱਚ ਵੀ ਇਸ ਕੇਸਾਂ ਵਿੱਚ ਨਾਮਜ਼ਦ ਕੀਤੇ ਗਏ। ਇਹ ਉਹੀ ਲੋਕ ਸਨ ਜੋ ਕਿ ਯੂਪੀ ਤੇ ਬਿਹਾਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਹਥਿਆਰਾਂ ਦੀ ਸਪਲਾਈ ਜਾਂ ਅਸਲਾ ਪਿਸਤੌਲਾਂ ਵਗੈਰਾ ਸਪਲਾਈ ਕਰਨ ਦਾ ਕੰਮ ਕਰਦੇ ਸਨ। ਉਹਨਾਂ ਨੂੰ ਵੀ ਬਾਅਦ ਦੇ ਵਿੱਚ ਕੇਸਾਂ ਦੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਵੀ ਕੀਤਾ ਗਿਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ।
ਸੋ ਸਹੀ ਸਮੇਂ ਉੱਤੇ ਚਲਾਨ ਫਾਈਲ ਨਾ ਕਰ ਪਾਉਣ ਕਾਰਨ ਇਹ ਲੋਕਾਂ ਨੂੰ ਬੇਲਾਂ ਮਿਲੀਆਂ। ਪਰਵੇਜ਼ ਮਲੂਕ ਤੇ ਪਹਾੜ ਸਿੰਘ ਨਾਂ ਦਾ ਜਿਹੜੇ 3 ਹੋਰ ਅਕਿਊਜ਼ ਸਨ ਇਹਨਾਂ ਕੇਸਾਂ ਦੇ ਵਿੱਚ, ਉਹਨਾਂ ਨੂੰ ਬੇਲ ਮਿਲ ਗਈ। ਗੈਰ ਕਾਨੂੰਨੀ ਹਥਿਆਰ ਉਹਨਾਂ ਨੇ ਸਪਲਾਈ ਕੀਤੇ ਸੀ। ਲੇਕਿਨ ਮੈਂ ਗੱਲ ਕੌਮਾਂਤਰੀ ਸਾਜ਼ਿਸ਼ ਦੀ ਹੁਣ ਜ਼ਿਆਦਾ ਕਰਾਂਗਾ, ਕਿਉਂਕਿ ਕੌਮਾਂਤਰੀ ਸਾਜ਼ਿਸ਼ ਦੇ ਤਹਿਤ ਜਿਹੜੀ ਕਹਾਣੀ ਜਾਂ ਜੋ ਵੀ ਪੂਰਾ ਕੇਸ ਤਿਆਰ ਕੀਤਾ ਗਿਆ NIA ਵੱਲੋਂ, ਉਸ ਦੀ ਸ਼ੁਰੂਆਤ 2013 ਤੇ 14 ਤੋਂ ਹੁੰਦੀ ਹੈ। 2013 ਤੇ 14 ਦੇ ਸਾਲ ਦੇ ਦੌਰਾਨ, ਹਾਲਾਂਕਿ ਇਸ ਨੂੰ ਸਪੈਸੀਫਾਈ ਨਹੀਂ ਕੀਤਾ ਗਿਆ, ਬਚਾਅ ਪੱਖ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਔਖਾ ਹੈ ਕਿ ਸਪਸ਼ਟ ਕਿਉਂ ਨਹੀਂ NIA ਕਰ ਪਾ ਰਹੀ ਉਹ 2013 ਦਾ ਸਾਲ ਸੀ ਜਾਂ 14 ਦਾ ਸਾਲ ਸੀ, ਕਿਉਂਕਿ ਕਹਾਣੀਆਂ ਦੇ ਵਿੱਚ ਅਕਸਰ ਤਰੀਕਾਂ ਨਹੀਂ ਦੱਸੀਆਂ ਜਾਂਦੀਆਂ ਹੁੰਦੀਆਂ ਜਾਂ ਫਿਰ ਉਹ ਨਿਸ਼ਾਨਦੇਹੀ ਨਹੀਂ ਕੀਤੀ ਜਾਂਦੀ ਹੁੰਦੀ ਜੋ ਕਿ ਬਹੁਤ ਹੀ ਕ੍ਰਿਟੀਕਲ ਹੁੰਦੀ ਹੈ ਬਚਾਅ ਪੱਖ ਲਈ। ਤੇ ਬਚਾਅ ਪੱਖ ਇਹ ਜਾਣਨਾ ਚਾਹ ਰਿਹਾ ਵੀ ਜੇ ਤੁਸੀਂ ਕੋਈ ਕਥਿਤ ਮੀਟਿੰਗ ਦੀ ਗੱਲ ਕਰ ਰਹੇ ਹੋ ਜੋ ਕਿ ਜਗਤਾਰ ਸਿੰਘ ਜੱਗੀ ਜੌਹਲ ਦੀ ਹੋਈ, ਜਿਸ ਦੇ ਵਿੱਚ ਕਿ ਹਰਦੀਪ ਸ਼ੇਰਾ ਤੇ ਹਰਮਿੰਦਰ ਮਿੰਟੂ ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀਆ ਸੀ, ਚੀਫ ਸੀ, ਤਾਂ ਉਹ ਕਿਹੜੇ ਸਾਲ ਦੇ ਵਿੱਚ ਹੋਈ। ਲੇਕਿਨ NIA ਦੀ ਜਿਹੜੀ ਇਨਵੈਸਟੀਗੇਸ਼ਨ ਤੇ ਸਟੋਰੀ ਉਹ ਇਹ ਹੈ ਕਿ 2013 ਤੇ 14 ਸਾਲਾਂ ਦੇ ਦਰਮਿਆਨ ਇੱਕ ਮੀਟਿੰਗ ਹੋਈ ਸੀ ਜੋ ਕਿ ਇਟਲੀ ਦੇ ਵਿੱਚ ਮੀਟਿੰਗ ਹੋਈ, ਇੱਕ ਫਰਾਂਸ ਦੇ ਵਿੱਚ ਮੀਟਿੰਗ ਹੋਈ ਸੀ। ਇਟਲੀ ਦੀ ਮੀਟਿੰਗ ਦੇ ਵਿੱਚ ਹਰਮਿੰਦਰ ਮਿੰਟੂ ਨੇ ਹਰਦੀਪ ਸ਼ੇਰਾ ਜੋ ਕਿ ਉਸ ਵਕਤ ਨਵਾਂ ਉਸਦੇ ਫੋਲਡ ਵਿੱਚ ਆਇਆ ਸੀ, KLF ਦੇ ਗਰੁੱਪ ਵਿੱਚ ਸ਼ਾਮਲ ਹੋਇਆ ਸੀ, ਉਸਨੇ ਰੈਡੀਕਲਾਈਜ਼ ਕੀਤਾ, ਉੱਥੇ ਉਸਨੂੰ ਪ੍ਰੇਰਿਤ ਕੀਤਾ ਕਿ ਉਹ ਭਾਰਤ ਵਿੱਚ ਜਾ ਕੇ ਵਾਰਦਾਤਾਂ ਨੂੰ ਅੰਜਾਮ ਦੇਵੇ। ਇਸ ਲਈ ਗੁਰਸ਼ਰਨਬੀਰ ਸਿੰਘ ਨਾਂ ਦਾ ਇੱਕ ਸ਼ਖਸ ਜੋ ਕਿ UK ਦਾ ਰਹਿਣ ਵਾਲਾ ਹੈ, ਜੋ ਕਿ ਰੁਲਦਾ ਸਿੰਘ ਜੋ ਕਿ RSS ਦੇ ਇੱਕ ਹੋਰ ਪ੍ਰਚਾਰਕ ਹੁੰਦੇ ਸਨ, ਪੰਜਾਬ ਦੇ ਇੱਕ ਆਗੂ ਹੁੰਦੇ ਸਨ, ਉਹਨਾਂ ਦਾ ਮਰਡਰ ਪਟਿਆਲਾ ਦੇ ਵਿੱਚ ਕੀਤਾ ਗਿਆ ਸੀ। ਸੋ ਰੁਲਦਾ ਸਿੰਘ ਮਰਡਰ ਕੇਸ ਦੇ ਵਿੱਚ ਗੁਰਸ਼ਰਨਬੀਰ ਵਾਂਟਡ ਹੈ, UK ਦੇ ਵਿੱਚ ਰਹਿੰਦਾ ਹੈ ਤੇ ਗੁਰਸ਼ਰਨਬੀਰ ਵੱਲੋਂ 3000 ਪੌਂਡ ਜਗਤਾਰ ਜੱਗੀ ਜੌਹਲ ਲੈ ਕੇ ਜਾਂਦੇ ਨੇ ਤੇ ਹਰਮਿੰਦਰ ਮਿੰਟੂ ਨੂੰ ਉਹ ਇਟਲੀ ਦੇ ਵਿੱਚ ਦਿੰਦੇ ਨੇ। ਉਹ 3000 ਪੌਂਡ ਚੋਂ ਕੁਝ ਰਕਮ ਜਿਹੜੀ ਹੈ ਉਹ ਹਰਦੀਪ ਸ਼ੇਰਾ ਜੋ ਕਿ ਬਾਅਦ ਦੇ ਵਿੱਚ ਨਵੰਬਰ 2017 ਦੇ ਵਿੱਚ ਇੱਥੇ ਫੜਿਆ ਜਾਂਦਾ ਹੈ, ਫਤਿਹਗੜ੍ਹ ਸਾਹਿਬ ਦੇ ਵਿੱਚ ਫੜਿਆ ਜਾਂਦਾ ਹੈ, ਉਸ ਹਰਦੀਪ ਸਿੰਘ ਸ਼ੇਰੇ ਨੂੰ ਦਿੱਤਾ ਗਿਆ ਤਾਂ ਕਿ ਉਸ ਨੂੰ ਰੈਡੀਕਲਾਈਜ਼ ਕੀਤਾ ਜਾਏ, ਉਸ ਨੂੰ ਪ੍ਰੇਰਿਆ ਜਾਵੇ, ਮੋਟੀਵੇਟ ਕੀਤਾ ਜਾਵੇ, ਪੈਸਾ ਵੀ ਦਿਖਾਇਆ ਜਾਵੇ ਤੇ ਨਾਲ ਹੀ ਨਾਲ ਉਸ ਨੂੰ ਭਾਰਤ ਵਿੱਚ ਜਾ ਕੇ ਵਾਰਦਾਤਾਂ ਕਰਨ ਦੀ ਗੱਲਬਾਤ ਕੀਤੀ ਜਾਵੇ। ਸੋ NIA ਦੀ ਸਟੋਰੀ ਦੇ ਮੁਤਾਬਿਕ 2013 ਤੇ 14 ਸਾਲਾਂ ਦੇ ਦਰਮਿਆਨ ਇਹ ਮੀਟਿੰਗਾਂ ਜੋ ਕਿ ਇੱਕ ਮੀਟਿੰਗ ਇਟਲੀ ਵਿੱਚ ਦੱਸੀ ਜਾਂਦੀ ਹੈ ਤੇ ਜਗਤਾਰ ਸਿੰਘ ਜੱਗੀ ਜੌਹਲ ਦੀ ਇੱਕ ਮੀਟਿੰਗ ਫਰਾਂਸ ਦੇ ਵਿੱਚ ਦੱਸੀ ਜਾਂਦੀ ਹੈ। ਇਹ ਦੋ ਮੀਟਿੰਗਾਂ ਜਿਸ ਵਿੱਚ ਕਿ ਹਰਮਿੰਦਰ ਮਿੰਟੂ ਮੁੱਖ ਤੌਰ ਤੇ ਉਸ ਨੂੰ ਮਿਲਦਾ ਹੈ ਤੇ ਕੁਝ ਹੋਰ ਲੋਕ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਨੇ। ਉਸ ਮੀਟਿੰਗਾਂ ਦੇ ਦੌਰਾਨ ਉਹ ਪੈਸੇ, ਉਹ 3000 ਪੌਂਡ ਦਾ ਲੈਣ ਦੇਣ ਹੁੰਦਾ, ਜਿਸ ਤੋਂ ਬਾਅਦ ਕਿ ਵਾਰਦਾਤਾਂ ਦੀ ਇੱਕ ਵਿਉਂਤਬੰਦੀ 13-14 ਦੇ ਵਿੱਚ ਹੀ ਸ਼ੁਰੂ ਹੋ ਚੁੱਕੀ ਹੁੰਦੀ ਹੈ। ਇਹ ਵੀ ਦੱਸਦੇ ਵੀ ਹਰਮਿੰਦਰ ਸਿੰਘ ਮਿੰਟੂ ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਸੀ, ਉਹ 2014 ਦੇ ਵਿੱਚ ਜਦੋਂ ਵਾਪਸ ਆਉਂਦਾ ਭਾਰਤ, ਥਾਈਲੈਂਡ ਤੋਂ ਵਾਪਸ ਆਉਂਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਭਾਰਤ ਵਿੱਚ ਕਰ ਲਿਆ ਜਾਂਦਾ ਹੈ। 2014 ਤੋਂ ਬਾਅਦ 2016 ਦੇ ਵਿੱਚ ਉਹ ਨਾਭਾ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਜਿਹੜਾ ਜੇਲ੍ਹ ਬ੍ਰੇਕ ਹੋਇਆ ਸੀ, ਜਿਸ ਵਿੱਚ ਕਿ ਤਕਰੀਬਨ 5 ਗੈਂਗਸਟਰ ਤੇ ਹਰਮਿੰਦਰ ਮਿੰਟੂ ਜਿਹੜਾ ਸੀ ਉਹ ਭੱਜਣ ਵਿੱਚ ਕਾਮਯਾਬ ਹੋਏ ਸਨ। ਸ਼ਰੇਆਮ ਦਿਨ ਦਹਾੜੇ ਗੋਲੀਆਂ ਚਲਾ ਕੇ ਨਾਭਾ ਜੇਲ੍ਹ ਬ੍ਰੇਕ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਇਸ ਦੇ ਵਿੱਚ ਕਈ ਜਿਹੜੇ ਗੈਂਗਸਟਰ ਸਨ, ਜਿਸ ਦੇ ਵਿੱਚ ਇੱਕ ਗੈਂਗਸਟਰ ਵਿੱਕੀ ਗੌਂਡਰ ਵੀ ਸ਼ਾਮਲ ਸੀ, ਉਹ ਵੀ ਭੱਜਣ ਵਿੱਚ ਕਾਮਯਾਬ ਹੋਇਆ ਸੀ। ਉਸ ਪੂਰੇ ਜੇਲ੍ਹ ਬ੍ਰੇਕ ਤੋਂ ਬਾਅਦ ਹਰਮਿੰਦਰ ਮਿੰਟੂ ਨੂੰ ਅਗਲੇ ਹੀ ਦਿਨ ਫੜ ਲਿਆ ਗਿਆ ਸੀ। ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਹਰਮਿੰਦਰ ਮਿੰਟੂ ਦੀ ਗ੍ਰਿਫਤਾਰੀ ਦੁਬਾਰਾ ਹੋਗੀ। ਸੋ 2014 ਵਿੱਚ ਫੜਿਆ ਜਾਂਦਾ ਮਿੰਟੂ, 2016 ਦੇ ਵਿੱਚ ਜੇਲ੍ਹ ਚੋਂ ਭੱਜਦਾ ਹੈ, ਅਗਲੇ ਦਿਨ ਗ੍ਰਿਫਤਾਰ ਹੋ ਜਾਂਦਾ ਤੇ 2018 ਦੇ ਵਿੱਚ ਅਪ੍ਰੈਲ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਪਟਿਆਲਾ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਹੈ। ਸੋ ਹਰਮਿੰਦਰ ਮਿੰਟੂ ਦੀ ਮੌਤ ਤੋਂ ਬਾਅਦ ਇੱਕ ਹੋਰ ਜਿਹੜਾ ਸ਼ਖਸ ਇਸ ਪੂਰੀ ਘਟਨਾ ਅੰਤਰ ਕੌਮਾਂਤਰੀ ਪੱਧਰ ਦੀ ਜਿਹੜੀ ਸਾਜ਼ਿਸ਼ ਸੀ ਉਸ ਦੇ ਵਿੱਚ ਉਹ ਸੀ ਹਰਮੀਤ PhD। ਕੌਮਾਂਤਰੀ ਪੱਧਰ ਦੀ ਇਸ ਸਾਜ਼ਿਸ਼ ਦੇ ਜਿਹੜੇ ਹੋਰ ਤਾਰ ਜੁੜਦੇ ਨੇ ਉਹ ਪਾਕਿਸਤਾਨ ਦੇ ਨਾਲ ਜੁੜਦੇ ਹੈਗੇ ਨੇ। ਜੋ NIA ਦੀ ਇਨਵੈਸਟੀਗੇਸ਼ਨ ਦੇ ਮੁਤਾਬਿਕ ਜੋ ਉਹਨਾਂ ਨੇ ਚਾਰਜ ਸ਼ੀਟ ਦੇ ਵਿੱਚ ਇਹ ਪੂਰੇ ਲਿੰਕ ਜੋੜੇ ਨੇ। ਸੋ ਇਟਲੀ ਤੇ ਫਰਾਂਸ ਦੇ ਮੋਲ ਜਾਂ ਹਰਮਿੰਦਰ ਮਿੰਟੂ ਦੀ ਜਿਹੜੀ ਪੂਰੀ ਗੱਲਬਾਤ ਸੀ ਉਹ 2013-14 ਦੀ ਸੀ, ਲੇਕਿਨ ਹਰਮੀਤ ਜਿਹੜਾ PhD ਨਾਂ ਦਾ ਇੱਕ ਸ਼ਖਸ ਹੈ ਜੋ ਕਿ ਬਾਅਦ ਦੇ ਵਿੱਚ KLF ਦਾ ਮੁਖੀ ਬਣਿਆ 2018 ਦੇ ਵਿੱਚ ਹਰਮਿੰਦਰ ਮਿੰਟੂ ਦੀ ਮੌਤ ਤੋਂ ਬਾਅਦ। ਇਹ ਦੱਸਿਆ ਜਾਂਦਾ ਵੀ ਹਰਮੀਤ PhD ਨੇ ਪਾਕਿਸਤਾਨ ਤੋਂ KLF ਦਾ ਕੰਮ ਚਲਾਇਆ। ਇਸ ਤੋਂ ਪਹਿਲਾਂ ਲਖਵੀਰ ਸਿੰਘ ਰੋਡੇ ਤੇ ਹਰਮੀਤ PhD ਹੋਣੀ ਮਿਲ ਕੇ ਜਿਹੜਾ ਕੋਆਰਡੀਨੇਟ ਕਰਿਆ ਕਰਦੇ ਸਨ ਤੇ ਇਹ ਗੱਲਬਾਤ ਹਰਦੀਪ ਸ਼ੇਰਾ ਜੋ ਕਿ ਬਾਅਦ ਦੇ ਵਿੱਚ KLF ਦੇ ਰੈਂਕ ਦੇ ਵਿੱਚ ਵਾੜ ਲਿਆ ਗਿਆ ਸੀ ਤੇ ਜਦੋਂ ਉਸਨੇ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ, ਯਾਨੀ ਕਿ ਇਹਨਾਂ ਟਾਰਗੇਟਡ ਕਿਲਿੰਗਸ ਨੂੰ, ਹਰਦੀਪ ਸ਼ੇਰਾ ਜੋ ਕਿ ਮੇਨ ਸਸਪੈਕਟ ਤੇ ਅਕਿਊਜ਼ਡ ਹੈ ਰਮਨਦੀਪ ਕੈਨੇਡੀਅਨ ਦੇ ਨਾਲ, ਹਰਦੀਪ ਸ਼ੇਰਾ ਜਿਹੜਾ ਲਿੰਕ ਸੀ ਉਹਦੇ ਸਿੱਧੇ ਹਰਮੀਤ PhD ਦੇ ਨਾਲ ਹੁੰਦੇ ਸੀ ਤੇ ਇਸ ਦੇ ਨਾਲ ਹੀ ਲਖਵੀਰ ਸਿੰਘ ਰੋਡੇ ਦੇ ਨਾਲ ਹੁੰਦੇ ਸੀ। ਸੋ ਕੁੱਲ ਮਿਲਾ ਕੇ ਜੇ ਹਰਮੀਤ PhD ਦੀ ਗੱਲ ਕਰੀਏ, ਲਖਵੀਰ ਰੋਡੇ ਹੋਣਾ ਦੀ ਗੱਲ ਕਰੀਏ, ਇਹ ਉਹ ਸ਼ਖਸ ਹਨ ਜੋ ਕਿ ਸਕਾਈਪ ਦੇ ਇੱਕ ਕਾਲ ਦੇ ਉੱਤੇ, ਯਾਨੀ ਕਿ ਇੱਕ ਸਕਾਈਪ ਦੇ ਲਿੰਕ ਦੇ ਉੱਤੇ, ਜਿਸ ਦੀ ID ਜਿਹੜੀ ਸੀ ਉਹ ਹਰਮਿੰਦਰ ਮਿੰਟੂ ਵੱਲੋਂ ਇਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਸੀ। ਸੋ ਹਰਮਿੰਦਰ ਮਿੰਟੂ ਦੀ ਇੱਕ ਸਕਾਈਪ ID ਉੱਤੇ ਹਰਦੀਪ ਸ਼ੇਰਾ ਹਰਮੀਤ PhD ਦੇ ਨਾਲ ਗੱਲ ਕਰਿਆ ਕਰਦਾ ਸੀ। ਪਾਕਿਸਤਾਨ ਦੇ ਵਿੱਚ ਗੱਲ ਹੁੰਦੀ ਸੀ, ਲੇਕਿਨ ਜਦੋਂ ਹਰਮਿੰਦਰ ਮਿੰਟੂ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਵੀ ਉਸ ID ਦੇ ਜ਼ਰੀਏ ਲਗਾਤਾਰ ਜਿਹੜਾ ਲਖਵੀਰ ਸਿੰਘ ਰੋਡੇ ਹੋਣਾ ਦੇ ਨਾਲ ਜਾਂ ਹਰਮੀਤ PhD ਦੇ ਨਾਲ ਹਰਦੀਪ ਸ਼ੇਰੇ ਦਾ ਰਾਬਤਾ ਰਿਹਾ, ਇਨ ਟੱਚ ਰਹੇ।
ਸੋ ਇਹ ਮੰਨਿਆ ਜਾਂਦਾ ਵੀ ਹਰਦੀਪ ਸ਼ੇਰਾ ਜਿੰਨੀ ਦੇਰ ਤੱਕ ਭਾਰਤ ਵਿੱਚ ਰਿਹਾ ਜਾਂ ਜਦੋਂ ਭਾਰਤ ਹੁੰਦਾ ਸੀ ਉਸ ਵਕਤ ਹੀ ਕਿਸੇ ਨਾ ਕਿਸੇ ਲੀਡਰ ਦੀ, ਕਿਸੇ ਨਾ ਕਿਸੇ ਧਾਰਮਿਕ ਜਥੇਬੰਦੀ ਦੇ ਆਗੂ ਦੀ ਅਸੈਸੀਨੇਸ਼ਨ ਹੁੰਦੀ ਸੀ, ਉਸ ਦਾ ਹੱਤਿਆਕਾਂਡ ਹੁੰਦਾ ਸੀ। ਸੋ ਹਰਦੀਪ ਸ਼ੇਰਾ ਇੱਕ ਮੁੱਖ ਲਿੰਕ ਹੈ, ਲੇਕਿਨ ਪਾਕਿਸਤਾਨ ਦੇ ਲਖਵੀਰ ਸਿੰਘ ਰੋਡੇ ਤੇ ਹਰਮੀਤ PhD ਤੱਕ ਭਾਰਤੀ ਏਜੰਸੀਆਂ ਦੀ ਪਹੁੰਚ ਨਹੀਂ ਸੀ। ਹਰਮੀਤ PhD ਦੇ ਨਾਲ ਸਾਲ 2020 ਦੇ ਵਿੱਚ ਜਨਵਰੀ ਦੇ ਵਿੱਚ ਉਸ ਦੀ ਮੌਤ ਜਿਹੜੀ ਹੈ ਇੱਕ ਹੱਤਿਆਕਾਂਡ ਦੇ ਰੂਪ ਵਿੱਚ ਹੋ ਜਾਂਦੀ ਹੈ। ਆਪਸੀ ਝਗੜਾ ਹੁੰਦਾ, ਉਸ ਉੱਤੇ ਇੱਕ ਹਮਲਾ ਹੁੰਦਾ ਪਾਕਿਸਤਾਨ ਦੇ ਵਿੱਚ, ਲਾਹੌਰ ਦੇ ਵਿੱਚ ਉਹ ਰਹਿੰਦਾ ਹੁੰਦਾ ਹੈ, ਜਿਸ ਤੋਂ ਬਾਅਦ ਕਿ ਹਮਲੇ ਤੋਂ ਬਾਅਦ ਹਰਮੀਤ PhD ਜੋ ਕਿ ਉਸ ਵਕਤ ਤੱਕ KLF ਦਾ ਮੁਖੀ ਹੁੰਦਾ ਹੈ, ਕਿਉਂਕਿ ਹਰਮਿੰਦਰ ਮਿੱਟੂ ਦੀ ਮੌਤ ਜਿਹੜੀ ਹੈ ਉਹ 2018 ਵਿੱਚ ਹੋ ਚੁੱਕੀ ਹੁੰਦੀ ਹੈ। ਸੋ ਹਰਮੀਤ PhD ਦੀ ਵੀ ਮੌਤ ਵੀ ਪਾਕਿਸਤਾਨ ਦੇ ਵਿੱਚ ਹੋ ਜਾਂਦੀ ਹੈ। ਸੋ ਹਰਮਿੰਦਰ ਮਿੰਟੂ ਤੇ ਹਰਮੀਤ PhD ਦੋ ਅਹਿਮ ਕੜੀਆਂ ਸਨ। ਇਸ ਦੇ ਵਿੱਚੋਂ ਹਰਮਿੰਦਰ ਮਿੰਟੂ ਕਾਫੀ ਸਮਾਂ ਪੁਲਿਸ ਦੀ ਗਿਰਫਤ ਦੇ ਵਿੱਚ, ਭਾਰਤੀ ਏਜੰਸੀਆਂ ਜਾਂ ਸਰਕਾਰਾਂ ਜਾਂ ਜਿਹੜਾ ਤਫਤੀਸ਼ੀ ਏਜੰਸੀਆਂ ਉਹਨਾਂ ਦੇ ਕਸਟਡੀ ਦੇ ਵਿੱਚ ਰਿਹਾ ਸੀ ਤੇ ਹਰਮੀਤ PhD ਨੂੰ ਇੰਟਰੋਗੇਟ ਕਰਨ ਦਾ ਮੌਕਾ ਨਹੀਂ ਸੀ ਮਿਲਿਆ। ਲੇਕਿਨ ਇਸ ਦੇ ਬਾਵਜੂਦ ਵੀ ਜਿਹੜੀਆਂ ਕਮੀਆਂ ਖਾਮੀਆਂ ਹੈਗੀਆਂ ਨੇ ਜਾਂ ਜਿਸ ਤਰੀਕੇ ਨਾਲ ਢਿੱਲੀ ਰਫ਼ਤਾਰ ਦੇ ਨਾਲ ਇੱਕ ਪੂਰਾ ਕੇਸ ਅਦਾਲਤਾਂ ਦੇ ਵਿੱਚ ਤੁਰਦਾ ਆ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ, ਉਹ ਆਪਣੇ ਆਪ ਵਿੱਚ ਹੈਰਾਨ ਕਰ ਦੇਣ ਵਾਲਾ ਹੈ, ਕਿਉਂਕਿ ਕਿਤੇ ਨਾ ਕਿਤੇ ਏਜੰਸੀਆਂ ਨੂੰ ਵੀ ਇਸ ਚੀਜ਼ ਦੀ ਤਾਂਘ ਹੋਣੀ ਚਾਹੀਦੀ ਹੈ ਵੀ ਉਹ ਜਿਹੜੀ ਵੀ ਥਿਉਰੀਜ਼ ਬਣਾਈਆਂ ਹੋਈਆਂ ਨੇ, ਜਿਹੜਾ ਵੀ ਉਹਨਾਂ ਨੇ ਕੇਸ ਤਿਆਰ ਕੀਤਾ ਹੋਇਆ ਹੈ, ਉਸ ਦੇ ਮੈਰਿਟਸ ਉੱਤੇ ਇਸ ਕੇਸ ਨੂੰ ਅਦਾਲਤ ਵਿੱਚ ਲੜਨ ਤੇ ਦੋਸ਼ੀਆਂ ਨੂੰ, ਜੇ ਉਹ ਦੋਸ਼ੀ ਸਾਬਤ ਹੁੰਦੇ ਨੇ, ਬਣਦੀਆਂ ਸਜ਼ਾਵਾਂ ਦਿਵਾਉਣ। ਲੇਕਿਨ ਇਹ ਹੋ ਨਹੀਂ ਰਿਹਾ। ਅਦਾਲਤਾਂ ਦੇ ਵਿੱਚ ਇੱਕ ਡੀਲੇਟਰੀ ਟੈਕਟਿਕਸ ਜਿਸ ਨੂੰ ਕਹਿੰਦੇ ਨੇ, ਉਸ ਦੀ ਵਰਤੋਂ ਕਰਕੇ ਕੇਸਾਂ ਨੂੰ ਅੱਗੇ ਤੋਂ ਅੱਗੇ ਪਾਇਆ ਜਾ ਰਿਹਾ। ਇਸ ਦੌਰਾਨ ਦੋ ਅਹਿਮ ਕੜੀਆਂ, ਦੋ ਉਹ ਲੋਕ ਮਾਰੇ ਜਾ ਚੁੱਕੇ ਹੈਗੇ ਨੇ ਜੋ ਕਿ ਅੰਤਰਰਾਸ਼ਟਰੀ ਕੌਮਾਂਤਰੀ ਉਸ ਸਾਜ਼ਿਸ਼ ਦਾ ਬਹੁਤ ਵੱਡਾ ਹਿੱਸਾ ਸਨ। ਸੋ ਗੁਰਸ਼ਰਨਬੀਰ ਅਜੇ ਤੱਕ ਭਾਰਤ ਸਰਕਾਰ ਦੇ ਹੱਥ ਵਿੱਚ ਨਹੀਂ ਹੈ। ਲਖਵੀਰ ਰੋਡੇ ਜਿਹੜਾ ਹੈ ਉਹ ਏਜੰਸੀਆਂ ਦੀ ਰੇਂਜ ਤੋਂ ਕੋਹਾਂ ਦੂਰ ਹੈ। ਇਹ ਜਿਹੜੀ ਸਥਿਤੀ ਹੈ, ਇਹ ਜਿਹੜੀ ਪੂਰੀ ਕਨਸਪੀਰੇਸੀ ਦੀ ਸਟੋਰੀ ਹੈ, ਇਸ ਨੂੰ ਸਿਰਫ ਜਗਤਾਰ ਸਿੰਘ ਜੱਗੀ ਜੌਹਲ ਦੇ ਕੁਝ ਕਨਫੈਸ਼ਨਲ ਸਟੇਟਮੈਂਟਸ ਜਾਂ ਬਿਆਨਾਂ ਦੇ ਸਿਰ ਉੱਤੇ ਜਾਂ ਫਿਰ ਰਮਨਦੀਪ ਕੈਨੇਡੀਅਨ ਜਾਂ ਹਰਦੀਪ ਸ਼ੇਰੇ ਦੇ ਬਿਆਨਾਂ ਉੱਤੇ, ਉਹਨਾਂ ਦੇ ਇਨਕਸ਼ਾਫ ਉੱਤੇ ਕਿਸ ਹੱਦ ਤੱਕ ਮਜ਼ਬੂਤੀ ਦੇ ਨਾਲ, ਪੁਖਤਾ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਸਾਬਤ ਤੇ ਸਥਾਪਿਤ ਕਰ ਪਾਏਗੀ NIA, ਇਹ ਸਮਾਂ ਦੱਸੇਗਾ ਤੇ ਇਹ ਵੇਖਣ ਵਾਲੀ ਗੱਲ ਵੀ ਰਹੇਗੀ। ਲੇਕਿਨ ਇਹ ਮਾਮਲਾ ਬਹੁਤ ਉਲਝਿਆ ਹੋਇਆ ਹੈ। ਇਸ ਮਾਮਲੇ ਦੇ ਵਿੱਚ ਚਾਰजेस ਬਹੁਤ ਸੇ ਕੇਸਾਂ ਦੇ ਵਿੱਚ ਹਜੇ ਤੱਕ ਫਰੇਮ ਨਹੀਂ ਹੋਏ ਨੇ। ਚਾਰਜ ਸ਼ੀਟਾਂ ਤੇ ਚਲਾਨ ਫਾਈਲ ਹੋਣ ਦਾ ਕੋਈ ਜ਼ਿਆਦਾ ਮਾਇਨਾ ਨਹੀਂ ਹੁੰਦਾ, ਲੇਕਿਨ ਚਾਰजेस ਫਰੇਮ ਹੋਣੇ ਬਹੁਤ ਜ਼ਰੂਰੀ ਨੇ। ਸੋ ਇੰਤਜ਼ਾਰ ਇਸ ਗੱਲ ਦਾ ਹੈ ਵੀ ਚਾਰजेस ਫਰੇਮ ਹੋਣ ਤੇ ਇੱਕ ਸਪੀਡੀ ਟ੍ਰਾਇਲ ਦੇ ਤਹਿਤ ਇਸ ਮੁਕੱਦਮੇ ਨੂੰ ਕਿਸੇ ਨਾ ਕਿਸੇ ਸਿਰੇ ਤੇ ਲਾਇਆ ਜਾਵੇ, ਕਿਸੇ ਮੁਕਾਮ ਤੇ ਪਹੁੰਚਾਇਆ ਜਾਵੇ, ਫਿਰ ਉਹ ਚਾਹੇ ਕਿਸੇ ਦੀ ਵੀ ਫੇਵਰ ਵਿੱਚ ਹੋਵੇ ਜਾਂ ਫਿਰ ਕਿਸੇ ਦੇ ਅਗੇਂਸਟ ਜਾ ਰਿਹਾ ਹੋਵੇ। ਲੇਕਿਨ ਦੁਨੀਆ ਭਰ ਦੇ ਵਿੱਚ ਜਗਤਾਰ ਸਿੰਘ ਜੱਗੀ ਜੌਹਲ ਜੋ ਕਿ ਇੱਕ ਪੋਸਟਰ ਬॉय ਬਣ ਚੁੱਕਾ ਹੈ ਭਾਰਤ ਦੇ ਵਿੱਚ ਏਜੰਸੀਆਂ ਦੀ ਕਥਿਤ ਤਸ਼ੱਦਦ ਦਾ, ਉਹ ਕਿਤੇ ਨਾ ਕਿਤੇ ਜਿਹੜਾ ਟੈਗ ਹੈ ਉਹ ਆਪਣੇ ਮੱਥਿਓਂ ਲਾਣਾ ਭਾਰਤੀ ਏਜੰਸੀਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। UK ਐਮਬੈਸੀ ਦੀ तमाम ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਈ ਵੀ ਲੀਨੀਅੰਸੀ ਜਗਤਾਰ ਸਿੰਘ ਜੱਗੀ ਜੌਹਲ ਦੇ ਸੰਦਰਭ ਵਿੱਚ ਨਹੀਂ ਦਿਖਾਈ ਗਈ ਹੈ। ਦੇਖਣ ਵਿੱਚ ਬਹੁਤ ਹੀ ਇੱਕ ਨਾਰਮਲ ਸ਼ਖਸ ਲੱਗਦਾ ਹੈ, ਨਾਰਮਲ ਕਿਰਦਾਰ ਹੈ ਜਗਤਾਰ ਸਿੰਘ ਜੱਗੀ ਜੌਹਲ, ਲੇਕਿਨ NIA ਦੀ ਸਟੋਰੀ ਦੇ ਮੁਤਾबिक ਇੱਕ ਬਹੁਤ ਹੀ ਖਤਰਨਾਕ ਮੁਜਰਮ ਹੈ ਜਿਸਨੇ ਕਿ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਦੇ ਵਿੱਚ ਅਹਿਮ ਵਿਚਲੀ ਕੜੀ ਬਣ ਕੇ ਕੰਮ ਕੀਤਾ। ਦੋਵੇਂ ਪਾਸੇ ਆਪਣੇ ਵੱਡੇ ਆਕਾਵਾਂ ਦੇ ਨਾਲ ਤੇ ਗਰਾਊਂਡ ਦੇ ਆਪਰੇਟਿਵਸ ਨੂੰ ਉਹਨਾਂ ਦੀ ਬਣਦੀ ਜਿਹੜੀ ਰਸਦ ਸੀ ਹਥਿਆਰ ਖਰੀਦਣ ਲਈ ਉਹ ਮੁਹੱਈਆ ਕਰਾਉਣ ਤੱਕ ਜਗਤਾਰ ਸਿੰਘ ਜੱਗੀ ਜੌਹਲ ਦਾ ਰੋਲ ਜਿਹੜਾ ਹੈ ਉਹ ਨੋਡਲ ਸੀ। ਸੋ ਇਹ ਗੱਲਾਂ ਬਾਤਾਂ ਇਨਵੈਸਟੀਗੇਸ਼ਨ ਦੇ ਵਿੱਚ ਆਈਆਂ ਨੇ। ਬਚਾਅ ਪੱਖ ਨੇ ਇਹ ਸਾਰੀ ਗੱਲਾਂ ਬਾਤਾਂ ਨੂੰ ਬੇਬੁਨਿਆਦ ਦੱਸਿਆ ਹੈ ਤੇ ਉਹਨਾਂ ਦੇ ਹਿਸਾਬ ਨਾਲ ਇਹ ਗੱਲਬਾਤ ਕੁਝ ਵੀ ਨਹੀਂ ਹੈ। ਬਹਰਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਕੀ ਸੀ, ਅਸੀਂ ਬਹੁਤ ਹੀ ਫੈਕਚੁਅਲ ਤੇ ਆਬਜੈਕਟਿਵ ਤਰੀਕੇ ਨਾਲ ਤੁਹਾਡੇ ਸਾਹਮਣੇ ਉਹ ਸਾਰੇ ਤੱਥ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਾਂਗੇ ਇਹ ਸਾਰੀ ਫੈਕਚੁਅਲ ਜਿਹੜੀ ਇਨਫੋਰਮੇਸ਼ਨ ਹੈ ਇਸ ਤੋਂ ਤੁਸੀਂ ਆਪਣੇ ਜਿਹੜੇ ਸਿੱਟੇ ਨੇ ਖੁਦ ਕੱਢ ਪਾਓਗੇ, ਕਿਉਂਕਿ ਬਹੁਤ ਸਾ ਐਸਾ ਵਰਗ ਹੈ ਜੋ ਕਿ ਜਗਤਾਰ ਸਿੰਘ ਜੱਗੀ ਜੌਹਲ ਜਾਂ ਹੋਰ ਜਿਹੜੇ ਅਕਿਊਜ਼ ਨੇ ਉਹਨਾਂ ਦੇ ਹੱਕ ਵਿੱਚ ਹੈ। ਉਹ ਮੰਨਦਾ ਹੈ ਵੀ ਉਹਨਾਂ ਦੀ ਜਿਹੜੀ ਇੰਪਲੀਕੇਸ਼ਨ ਕੀਤੀ ਗਈ ਹੈ ਉਹ ਇੱਕ ਗਲਤ ਤੇ ਝੂਠੀ ਇੰਪਲੀਕੇਸ਼ਨ ਹੈ, ਫਾਲਸ ਇੰਪਲੀਕੇਸ਼ਨ ਦੇ ਤਹਿਤ ਉਹਨਾਂ ਨੂੰ ਫਸਾਇਆ ਗਿਆ ਹੈ। ਲੇਕਿਨ ਜਾਂਚ ਏਜੰਸੀਆਂ ਨੂੰ ਵੀ ਹਲਕੇ ਤਰੀਕੇ ਨਾਲ ਨਹੀਂ ਲਿਆ ਜਾ ਸਕਦਾ ਤੇ ਜਿਵੇਂ ਮੈਂ ਉਹਨਾਂ ਸਬੂਤਾਂ ਦੀ ਗੱਲ ਕੀਤੀ ਹੈ, ਉਹ ਹਥਿਆਰਾਂ ਦੀ ਬਰਾਮਦਗੀ ਜੇ ਉਹ ਝੂਠੀ ਕਹਾਣੀ ਹੈ, ਜੇ ਉਹ ਸਾਰਾ ਦਾ ਸਾਰਾ ਐਵੀਡੈਂਸ ਇੱਕ ਫੈਬਰੀਕੇਟਡ ਐਵੀਡੈਂਸ ਹੈ, ਤਾਂ ਉਸਨੇ ਅਦਾਲਤਾਂ ਦੇ ਵਿੱਚ ਖੁਦ ਬ ਖੁਦ ਗਿਰ ਜਾਣਾ ਹੈ। ਕਿਉਂਕਿ ਕਿਹੜੀ ਬੰਦੂਕ ਦੀ ਗੋਲੀ ਹੈ, ਕਿਹੜੀ ਪਿਸਤੌਲ ਦੀ ਗੋਲੀ ਕਿਹੜੇ ਬੈਰਲ ਚੋਂ ਨਿਕਲਦੀ ਹੈ, ਇਸ ਚੀਜ਼ ਦੀ ਪਛਾਣ ਬਹੁਤ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਮੋਟਰਸਾਈਕਲ ਜਿਸ ਦੀ ਕਿ ਚੈਸੀ ਤੇ ਹੋਰ ਨੰਬਰ ਨਹੀਂ ਮਿਲੇ ਹੈਗੇ ਨੇ, ਉਹ ਹਜੇ ਵੀ ਕੁਐਸਚਨੇਬਲ ਇੱਕ ਪੀਸ ਆਫ ਐਵੀਡੈਂਸ ਜਾਂ ਸਬੂਤ ਆਪਾਂ ਉਸ ਨੂੰ ਮੰਨ ਸਕਦੇ ਹਾਂ, ਲੇਕਿਨ ਪਿਸਤੌਲ ਦੀ ਗੋਲੀ ਬਹੁਤ ਸੌਖੀ ਹੈ ਪਛਾਣਨੀ ਤੇ ਉਹ ਜੇ ਸਾਰੀ ਗੱਲਾਂ ਬਾਤਾਂ ਫੋਰੈਂਸਿਕਲੀ ਐਗਜ਼ਾਮਿਨ ਕਰਕੇ ਮੈਚ ਹੁੰਦੀਆਂ ਨੇ ਤਾਂ ਇਹਨਾਂ ਅਕਿਊਜ਼ ਜਾਂ ਮੁਲਜ਼ਮਾਂ ਲਈ ਸਥਿਤੀ ਵੱਖਰੀ ਹੋਏਗੀ। ਲੇਕਿਨ ਦੇਖਣਾ ਹੋਏਗਾ ਵੀ ਉਹ ਸਾਰੇ ਫੋਰੈਂਸਿਕ ਐਵੀਡੈਂਸ ਨੂੰ ਕਿੰਨੀ ਮਜ਼ਬੂਤੀ ਦੇ ਨਾਲ ਜਿਹੜਾ ਪ੍ਰੋਸੀਕਿਊਸ਼ਨ ਹੈ ਯਾਨੀ NIA ਹੈ ਅਦਾਲਤਾਂ ਦੇ ਵਿੱਚ ਰੱਖਦੀ ਹੈ ਤੇ ਕੀ ਉਹਨਾਂ ਦੇ ਸਿਰ ਉੱਤੇ ਇਹ ਸਾਰੇ ਇਲਜ਼ਾਮ ਜਾਂ ਉਹ ਸਾਰੀ ਜਿਹੜੀ ਕਨਸਪੀਰੇਸੀ ਥਿਉਰੀ ਹੈ ਇਸ ਨੂੰ ਸਾਬਤ ਕਰ ਪਾਉਂਦੀ ਹੈ। ਇੱਥੇ ਇਸ ਵੀਡੀਓ ਨੂੰ ਵਿਰਾਮ ਦਿੰਦਾ ਤੇ ਉਮੀਦ ਕਰਾਂਗੇ ਇਹ ਰਿਪੋਰਟ ਵੀ ਤੁਹਾਨੂੰ ਠੀਕ ਲੱਗੀ ਹੋਏਗੀ। ਇੱਕ ਹੋਰ ਵੀਡੀਓ ਰਿਪੋਰਟ ਲੈ ਕੇ, ਸਪੈਸ਼ਲ ਰਿਪੋਰਟ ਲੈ ਕੇ, ਪੜਤਾਲ ਲੈ ਕੇ ਬਹੁਤ ਛੇਤੀ ਹਾਜ਼ਰ ਹੋਣ ਦੀ ਕੋਸ਼ਿਸ਼ ਫੇਰ ਕਰਾਂਗਾ। ਬਹੁਤ